धरती एक पासे आ ते एक पासे कल्ले कबीर साहब ने। ते कबीर साहब जी कहंदे मैनू कोई किसे दा भै नहीं है, डर नहीं है, मैं चिंता तो मुक्त हाँ, मैनू चिंता कोई नहीं। कबीर साहब ने ये गल कही है। कदों कही आ? क्योंकि लोकां नू सब तो वड्डा खतरा हुंदा मेरे परिवार दा की बनू, मैं मर जावांगा, दोबारा इत्थे मुड़ नहीं आउणा। पता यह भी आ क्यों मरीए बिना गल तो, बिना वजह तो। कबीर साहब जी कहंदे मैं मुक्त हो गया, मैनू डर कोई नहीं। जिसका साहिब डाढ़ा होए तिसनू मार ना सकै कोई। मैं हुण आप मुहारे ये गल कह दित्ती भी जिन्हां दा ओ मालक डाढ़ा हो जांदा, मतलब राखा हो जांदा, उन्हां नू खतरा कोई नहीं हुंदा। ते रब दे प्यारिਆਂ दी जिहड़ी टेक आ, रब दे प्यारिਆਂ दा जिहड़ा आसरा, वो केवल ते केवल गुरु आ। परमात्मा जिहने सानू जन्म दिता वो साडी बहुत वड्डी एक ओ तेरा सहारा गा, जिस सहारे दे अधीन हर कोई जिउंदा, पर मनदा कोई नहीं। जिउंदा हर कोई आ, मनदा कोई नहीं। ਬੰਦੇ ਨੂੰ ਆਏ ਨਾ ਮੈਂ ਨੋਟ ਦੇ ਸਹਾਰੇ ਜਿਉਣਾ ਨਾ, ਨੋਟ ਤਾਂ ਕੰਮ ਹੀ ਨਹੀਂ ਆਉਂਦੇ। ਜਦੋਂ ਕੈਂਸਰ ਦੀ ਬਿਮਾਰੀ ਲੱਗ ਗਈ ਨਾ, ਪਟਿਆਲੇ ਚੰਡੀਗੜ੍ਹ ਵੱਡੇ ਹਸਪਤਾਲਾਂ ਦੇ ਵਿੱਚ ਪਿਆ ਹੋਇਆ, ਤੇ ਚੇਤਾ ਰੱਖਿਓ ਉੱਥੇ ਪੈਸਾ ਕੰਮ ਨਹੀਂ ਕਰਦਾਗਾ। ਮਾਫ ਕਰਨਾ, ਪੈਸਾ ਮਾੜੀ ਗੱਲ ਵੀ ਨਹੀਂ, ਹਰ ਥਾਂ ਤੇ ਪੈਸਾ ਵੀ ਨਹੀਂ ਵਰਤਿਆ ਜਾਂਦਾ, ਹਰ ਥਾਂ ਤੇ ਪੈਸਾ ਵੀ ਨਹੀਂ ਕੰਮ ਆਉਂਦਾ, ਹਰ ਥਾਂ ਤੇ अपनी जिंदगी दे अपने विचार नहीं कम आउंदे। पर गुरु की बाणी बड़ा सानू समझ आउंदी है, बंदिया तू गुरु ना जुड़, परमात्मा ते टेक रख, वाहिगुरु तेरा आसरा सब तो वड्डा। वो किसी सियाणे ने लिखिया ना, किसी नू नोट दा आसरा, किसी नू वोट दा आसरा, पर एक रब दा प्यारा जिन्हू रब्बी ओट दा आसरा। ਉਹ ਨਾ ਵੋਟ ਤੇ ਯਕੀਨ ਕਰਦਾ, ਨਾ ਉਹ ਨੋਟ ਤੇ ਯਕੀਨ ਕਰਦਾ, ਉਹ ਇੱਕ ਪਰਮਾਤਮਾ ਦੀ ਓਟ ਤੇ ਯਕੀਨ ਕਰਦਾ। ਓਟ ਤੋਂ ਭਾਵ ਹੁੰਦਾ ਆਸਰਾ। ਓਟ ਤੋਂ ਭਾਵ ਆਸਰਾ ਨਾ, ਅਸੀਂ ਉੱਡਦੇ ਆਸਰੇ ਤੇਰੇ, ਦੁਨਿਆਵੀ ਲੈਣਾ ਕਿਸੇ ਕਵੀ ਨੇ ਲਿਖੀਆਂ ਨੇ, ਅਸੀਂ ਉੱਡਦੇ ਆਸਰੇ ਤੇਰੇ ਨਾਲ। ਵਾਕਈ ਸੱਚ ਆ, ਹਰ ਕੋਈ ਇਨਸਾਨ ਪਰਮਾਤਮਾ ਦੇ ਆਸਰੇ ਉੱਡਦਾ, ਪਰ ਇੱਕ ਉਹ ਇਨਸਾਨ ਆ ਜਿਹੜਾ ਮੰਨ ਲੈਂਦਾ ਵੀ ਵਾਕਈ ਵਾਹਿਗੁਰੂ ਜੀ, ਮਾਲਕ ਜੀ, ਉਹ ਵਾਕਈ ਸੱਚ ਆ, ਮੈਂ ਤੇਥੋਂ ਬਿਨਾ ਤੁਰ ਨਹੀਂ ਸਕਦਾ, ਤੇਰੇ ਹੁਕਮ ਤੋਂ ਬਿਨਾ ਮੇਰਾ ਸਾਹ ਨਹੀਂ ਆ ਸਕਦਾ, ਤੇਰੇ ਹੁਕਮ ਦੇ ਵਿੱਚ ਹੀ ਮੈਨੂੰ ਸਾਹ ਆਉਂਦੇ ਨੇ। ਜਦੋਂ ਬੰਦੇ ਨੇ ਆਹ ਗੱਲ ਦੇਖ ਲਈ, ਬੰਦਾ ਸ਼ਾਬਾਸ਼ੇ ਦਾ ਪਾਤਰ ਬਣ ਜਾਂਦਾ। ਗੱਲ ਇੰਨੀ ਕੀ ਆ। ਅੱਛਾ, ਜਿਹੜਾ ਇਹ ਗੱਲ ਵੇਖਦਾ ਨਹੀਂ ਤੁਰਦਾ, ਉਹ ਵੀ ਰੱਬ ਦੇ ਆਸਰੀ ਆ। ਐਸੀ ਗੱਲ ਨਹੀਂ ਵੀ ਨਹੀਂ ਤੁਰਦਾ, ਪਰ ਤੁਰਦਾ ਹੈ, ਪਰ ਉਹਨੇ ਵੇਖੀ ਨਹੀਂ, ਉਹ ਅਕਿਰਤਕਣ ਬਣ ਗਿਆ, ਜਾਣੀ ਕਿ ਰੱਬ ਦੇ ਪਰਉਪਕਾਰ ਨੂੰ, ਰੱਬ ਦੇ ਗੁਣਾਂ ਨੂੰ ਭੁੱਲ ਗਿਆ। ਚਲੋ ਆਪਣੀ ਵਿਚਾਰ ਸੀ। ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਮੌਤ ਦਾ ਡਰ ਕੋਈ ਨਹੀਂ ਰਿਹਾ। ਇੱਥੇ ਦੋ ਤਰ੍ਹਾਂ ਦੀ ਮੌਤ ਦਾ ਜ਼ਿਕਰ ਕੀਤਾ ਕਬੀਰ ਸਾਹਿਬ ਨੇ, ਇੱਕ ਸਰੀਰਕ ਮੌਤ ਦਾ ਤੇ ਇੱਕ ਅਧਿਆਤਮਿਕ ਮੌਤ ਦਾ। ਮੈਨੂੰ ਮੌਤ ਦਾ ਡਰ ਕੋਈ ਨਹੀਂ ਰਿਹਾ, ਤੇ ਤਾਈਓ ਮੈਂ ਇਹ ਆਪ ਮੁਹਾਰੇ ਬਚਨ ਬੋਲ ਦਿੱਤੇ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾ ਨੰਦ। ਗੱਲ ਬਿਲਕੁਲ ਸੌਖੀ ਹੈ, ਗੱਲ ਬਿਲਕੁਲ ਤੁਸੀਂ ਬੜੇ ਵਾਰੀ ਸੁਣੀ ਆ, ਬੜੇ ਵਾਰੀ ਪੜ੍ਹੀ ਆ। ਹੁਣ ਆਪਣੀ ਵਿਚਾਰ ਸੀ ਵੀ ਇਹ ਗੱਲ ਕਦੋਂ ਕਹੀ? ਜਦੋਂ ਕਬੀਰ ਸਾਹਿਬ ਨੇ ਆਪਣੇ ਮਨ ਦੇ ਵਿਚਾਰ ਚੈੱਕ ਕਰ ਲਏ, ਉਦੋਂ ਕਹੀ। ਕਿਉਂ ਕਹੀ? ਕਿਉਂਕਿ ਉਹਨਾਂ ਨੂੰ ਡਰ ਮੁੱਕ ਗਿਆ। ਉਹ ਆ ਮੂਰਤ ਬਣ ਗਏ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ। ਨਾ ਕਿਸੇ ਨੂੰ ਭੈ ਦਿੰਦੇ ਆ ਤੇ ਨਾ ਕਿਸੇ ਦੇ ਭੈ ਹੇਠ ਜਿਉਂਦੇ ਨੇ। ਉਹਨਾਂ ਦਾ ਸਵਾਏ ਬਣ ਗਿਆ ਨਾ, ਨਿਰਭਉ ਤੇ ਨਿਰਵੈਰ ਦੇ ਧਾਰਨੀ ਬਣ ਗਏ। ਵੈਰ ਕੋਈ ਨਹੀਂ ਕਿਸੇ ਨਾਲ। ਹੁਣ ਆਪਾਂ ਨਾ ਬਨਾਰਸ ਦੇ ਵਿੱਚ 1 ਮਿੰਟ ਵਾਸਤੇ ਆਪਣੇ ਦਿਮਾਗ ਨੂੰ ਲੈ ਕੇ ਚੱਲੋ। ਵੈਸੇ ਆਪਾਂ ਸਰੀਰ ਕਰਕੇ ਭਾਵੇਂ ਨਹੀਂ ਗਏ, ਪਰ ਆਪਾਂ ਗੁਰੂ ਦੀ ਮੱਤ ਦੇ ਅਨੁਸਾਰ ਆਪਣੇ ਦਿਮਾਗ ਨੂੰ ਉੱਥੇ ਲਿਜਾ ਸਕਦੇ ਹਾਂ। ਜੋ ਧਾਰਮਿਕ ਲਿਟਰੇਚਰ ਪੜ੍ਹਿਆ, ਗੁਰੂ ਸਾਹਿਬ ਦਾ ਗਿਆਨ ਆਪਾਂ ਪ੍ਰਾਪਤ ਕੀਤਾ, ਭਗਤ ਕਬੀਰ ਸਾਹਿਬ ਦੀ ਆਪਾਂ ਹਿਸਟਰੀ ਪੜ੍ਹੀ, ਗਿਆਨ ਪ੍ਰਾਪਤ ਕੀਤਾ, ਭਗਤ ਕਬੀਰ ਸਾਹਿਬ ਦਾ ਬਾਣੀ ਪੜ੍ਹੀ ਹੈ ਨਾ, ਬਾਣੀ ਦੇ ਤੇ ਇਤਿਹਾਸ ਦੇ ਮੁਤਾਬਕ 1 ਸੈਕਿੰਡ 1 ਮਿੰਟ ਦੇ ਲਈ ਆਪਾਂ ਬਨਾਰਸ ਵਿੱਚ ਚੱਲੀਏ ਸਾਰੇ। ਨਿਰਭਉ ਨਿਰਵੈਰ, ਇਹ 2 ਪੁਆਇੰਟ ਦੇਖਣ ਵਾਸਤੇ। ਵਾਹਿਗੁਰੂ ਭਲਾ ਕਰੇ। ਜਦੋਂ ਨਾ ਨਵੀਂ ਰਿਸ਼ਤੇਦਾਰੀ ਬਣਦੀ ਹੈ ਬੰਦੇ ਦੀ, ਇੱਕ ਐਗਜ਼ਾਮਪਲ ਆ, ਉਦਾਹਰਨ ਨਾਲ ਸਮਝਣ ਵਾਸਤੇ, ਤਾਂ ਉਦੋਂ ਬੰਦਾ ਨਾ ਜਿਸ ਪਿੰਡ ਦੇ ਨਾਲ
ਜਿਹੜੇ ਵੀਰ ਨਾਲ ਸਾਡੀ ਦੋਸਤੀ ਰਿਸ਼ਤਾ ਬਣ ਰਿਹਾ ਗਾ ਉਹਦਾ ਸੰਬੰਧ ਜੁੜਿਆ ਹੁੰਦਾ, ਆਪਾਂ ਉਸ ਪਿੰਡ ਦੇ ਵਿੱਚੋਂ ਪਤਾ ਕਰਦੇ ਹੁੰਦੇ ਨਾ ਪਤਾ ਵੀ ਫਲਾਨਾ ਜਿਹੜਾ ਵੀਰ ਆ ਨਾ, ਫਲਾਨਾ ਜਿਹੜਾ ਪਰਿਵਾਰ ਆ, ਉਹਦੇ ਨਾਲ ਸਾਡੀ ਧੀ ਦਾ ਜਾਂ ਸਾਡੇ ਪੁੱਤ ਦਾ ਰਿਸ਼ਤਾ ਜੁੜ ਰਿਹਾ। ਭਾਈ ਕਿਹੋ ਜਿਹਾ ਪਰਿਵਾਰ ਆ ਉਹ? ਚਲੋ ਜਿਨ੍ਹਾਂ ਨੂੰ 2-4 ਦਾਨੇ ਪੁਰਖਾਂ ਨੂੰ ਪੁੱਛਿਆ, ਉਹਨਾਂ ਨੇ ਜਿਹੋ ਜਿਹਾ ਸੀ ਉਹੋ ਜਿਹਾ ਦੱਸਤਾ। ਉਦੋਂ ਗਾਹਾਂ ਰਹੇਗੀ ਸਾਡੀ ਮਰਜ਼ੀ ਵੀ ਅਸੀਂ ਰਿਸ਼ਤਾ ਜੋੜਨਾ ਜਾਂ ਨਹੀਂ ਜੋੜਨਾ। ਇਹ ਗੱਲ ਬਣ ਗਈ ਨਾ। ਹੁਣ ਆਪਾਂ ਕਬੀਰ ਸਾਹਿਬ ਨੂੰ ਰੋਜ਼ ਪੜ੍ਹਦੇ ਆ, ਰੋਜ਼ ਸੁਣਦੇ ਆ, ਤੇ ਕਬੀਰ ਸਾਹਿਬ ਨਾਲ ਨਾ ਆਪਾਂ ਰਿਸ਼ਤੇਦਾਰੀ ਪਾਉਣੀ ਆ। ਕਬੀਰ ਸਾਹਿਬ ਨਾਲ ਨਾ ਆਪਾਂ ਰਿਸ਼ਤੇਦਾਰੀ ਪਾਉਣੀ ਆ, ਤੇ ਰਿਸ਼ਤੇਦਾਰੀ ਪਾਉਣ ਤੋਂ ਪਹਿਲਾਂ ਆਪਾਂ ਕਬੀਰ ਸਾਹਿਬ ਦੇ ਪਿੰਡ ਚੱਲੋ ਸਾਰੇ ਜਣੇ, ਤੇ ਉੱਥੋਂ ਪੁੱਛੋ ਜਾ ਕੇ ਵੀ ਕਬੀਰ ਸਾਹਿਬ ਜੋ ਕਹਿ ਰਹੇ ਨੇ ਇਵੇਂ ਦੀ ਆ, ਜੋ ਆਪਣੇ ਆਪ ਕਹਿ ਰਹੇ ਆ ਨਾ ਇਵੇਂ ਦੀ ਆ ਉਹ, ਕਿ ਉਹਦਾ ਸੁਭਾਅ ਅਲੱਗ ਆਗਾ। ਤੇ ਫਿਰ ਉੱਥੋਂ ਦੇ ਨਾ ਵਾਸੀ ਦੱਸ ਦੇਣਗੇ। ਹੁਣ ਕਬੀਰ ਸਾਹਿਬ ਕਹਿੰਦੇ ਮੇਰੇ ਮਨ 'ਚ ਬੈਰ ਕੋਈ ਨਹੀਂ। ਆਪਾਂ ਪੁੱਛ ਕੇ ਆਓ ਬਨਾਰਸ ਵਿੱਚ ਚੱਲ ਕੇ ਵੀ ਕਬੀਰ ਸਾਹਿਬ ਕਿਸੇ ਨਾਲ ਵੈਰ ਤਾਂ ਨਹੀਂ ਰੱਖਦਾਗਾ, ਈਰਖਾ ਤਾਂ ਨਹੀਂ ਰੱਖਦਾਗਾ, ਮਨ ਦੇ ਵਿੱਚ ਖੋਟੇ ਵਿਚਾਰ ਤਾਂ ਨਹੀਂ ਰੱਖਦਾਗਾ। ਹੁਣ ਉੱਥੋਂ ਦੇ ਵਾਸੀਆਂ ਨੇ ਦੱਸਤਾ, ਕਹਿੰਦੇ ਨਹੀਂ ਇਹ ਤਾਂ ਬਹੁਤ ਭਲਾ ਮਾਨਸ ਬੰਦਾ, ਉਹਨਾਂ ਨੇ ਦੱਸਤਾ ਸਾਨੂੰ। ਦੂਜੀ ਗੱਲ ਕਬੀਰ ਸਾਹਿਬ ਜੀ ਕਹਿੰਦੇ ਆ ਮੈਨੂੰ ਡਰ ਕਿਸੇ ਤੋਂ ਨਹੀਂ ਲੱਗਦਾ। ਪਹਿਲੀ ਗੱਲ, ਮੈਂ ਡਰਾਉਂਦਾ ਕਿਸੇ ਨੂੰ ਨਹੀਂ, ਈਰਖਾ ਮੇਰੇ ਅੰਦਰ ਕੋਈ ਨਹੀਂ ਕਿਸੇ ਪ੍ਰਤੀ। ਤੇ ਦੂਜੀ ਗੱਲ ਕੀ ਹੈ, ਮੈਂ ਡਰਦਾ ਕਿਸੇ ਤੋਂ ਨਹੀਂ। ਹੁਣ ਲੱਗਦੇ ਹੱਥ ਆਪਾਂ ਕਬੀਰ ਸਾਹਿਬ ਦੇ ਪਿੰਡ ਗਏ ਆ ਨਾ ਬਨਾਰਸ ਦੇ ਵਿੱਚ, ਇਹ ਵੀ ਪੁੱਛ ਲਓ ਵੀ ਭਾਈ ਕਬੀਰ ਸਾਹਿਬ ਡਰਦਾ ਤਾਂ ਨਹੀਂ ਕਿਸੇ ਤੋਂ, ਕਿਉਂਕਿ ਆਪਣਾ ਪਿਆਰ ਕਬੀਰ ਸਾਹਿਬ ਨਾਲ ਫੇਰ ਬਣੂ ਨਾ। ਕੇਵਲ ਰਸਮੀ ਤੌਰ ਤੇ ਨਾ ਅਖੰਡ ਪਾਠ ਵੇਲੇ ਇਹ ਗੱਲ ਕਹਿ ਦੇਣੀ ਕਬੀਰ ਸਾਹਿਬ ਦੇ ਸ਼ਲੋਕ ਮੈਨੂੰ ਬੜੇ ਵਧੀਆ ਲੱਗਦੇ ਨੇ, ਇੰਨਾ ਕਹਿ ਕੇ ਨਹੀਂ ਸਰਨਾ। ਪਰ ਕਬੀਰ ਸਾਹਿਬ ਦੀ ਪੂਰੀ ਡਿਟੇਲ ਲੈਣੀ ਪਊ ਵੀ ਜੋ ਕਹਿ ਰਹੇ ਨੇ ਉਹਨਾਂ ਤੇ ਉਹ ਖਰੇ ਉਤਰੇ ਆ ਜਾਂ ਨਹੀਂ ਉਤਰੇ, ਉਹਨਾਂ ਦੇ ਜੀਵਨ ਵਿੱਚ ਉਹ ਗੱਲਾਂ ਸਨ ਜਾਂ ਨਹੀਂ ਸਨ। ਇਸ ਗੱਲ ਦਾ ਆਪਾਂ ਧਿਆਨ ਮਾਰਨਾਗਾ, ਇਸ ਗੱਲ ਵੱਲ ਆਪਣਾ ਧਿਆਨ ਲੈ ਕੇ ਜਾਣਾ। ਕਿਉਂਕਿ ਵਿਚਾਰ ਚੱਲੀ ਸੀ ਬੰਦੇ ਖੋਜ ਦਿਲ ਹਰ ਰੋਜ਼। ਆਪਣੇ ਆਪ ਨੂੰ ਖੋਜ, ਆਪਣੇ ਆਪ ਨੂੰ ਖੋਜਣਾ, ਆਪਣੇ ਮਨ ਦੇ ਵਿਚਾਰ ਚੈੱਕ ਕਰ, ਆਪਣੇ ਦਿਮਾਗ ਦੀ, ਆਪਣੀ ਅੰਦਰ ਦੀ ਸਥਿਤੀ ਵੇਖ ਕਿਹੋ ਜਿਹੀ ਆ। ਤੇਰਾ ਦਿਮਾਗ ਡਾਮਾਡੋਲ ਤਾਂ ਨਹੀਂ ਹੈ? ਜੇ ਦਿਮਾਗ ਮਨ ਡਾਮਾਡੋਲ ਆ ਨਾ ਤੇ ਤਨ ਡੋਲੇਗਾ ਹੀ ਡੋਲੇਗਾ। ਜੇ ਮਨ ਨਹੀਂ ਡੋਲਦਾ ਤਾਂ ਤਨ ਵੀ ਨਹੀਂ ਡੋਲਦਾਗਾ। ਇੱਥੇ ਹੁਣ ਭਗਤ ਕਬੀਰ ਸਾਹਿਬ ਜੀ ਦੇ ਬਾਰੇ ਆਪਾਂ ਪੁੱਛਣ ਗਏ ਆ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਨਿਰਵੈਰ ਆ, ਸੱਚਮੁੱਚ ਆ? ਕਹਿੰਦੇ ਹਾਂ ਭਾਈ ਇਵੇਂ ਹੀ ਆ। ਉੱਥੋਂ ਦੇ ਵਾਸੀਆਂ ਨੇ ਦੱਸਤਾ, ਉਹ ਝੂਠ ਨਹੀਂ ਬੋਲੇ ਕਿਉਂਕਿ ਪਿੰਡ ਦੇ ਵਸਨੀਕ ਆ ਨਾ, ਉਹਨਾਂ ਨੇ ਦੱਸਤਾ। ਉਹਨੇ ਅੱਗੇ ਕਿਹਾ ਵੀ ਮੈਂ ਕਿਸੇ ਤੋਂ ਡਰਦਾ ਵੀ ਨਹੀਂ। ਹੁਣ ਆਪਾਂ ਇਹ ਵੀ ਪੁੱਛ ਲੋ ਲੱਗਦੇ ਹੱਥ ਵੀ ਕਬੀਰ ਸਾਹਿਬ ਕਿਸੇ ਤੋਂ ਡਰਦੇ ਤਾਂ ਨਹੀਂ? ਉੱਥੋਂ ਦੇ ਵਾਸੀਆਂ ਨੇ ਦੱਸਤਾ ਨਾ ਡਰਦੇ ਨਹੀਂ। ਸਾਨੂੰ ਕੋਈ ਪ੍ਰੂਫ ਦਿਓ ਨਾ ਡਰਨ ਦਾ, ਸਾਨੂੰ ਤਾਂ ਡਰ ਬਹੁਤ ਲੱਗਦਾ, ਸਾਨੂੰ ਨਾ ਡਰਨ ਦਾ ਨਾ ਪ੍ਰੂਫ ਦਿਓ। ਤੇ ਹੁਣ ਕਬੀਰ ਸਾਹਿਬ ਦਾ ਪ੍ਰੂਫ ਦਿੰਦੇ ਆ ਉੱਥੋਂ ਦੇ ਵਾਸੀ। ਕੀ ਕਹਿੰਦੇ ਨੇ? ਕਹਿੰਦੇ ਨਾ ਕਬੀਰ ਸਾਹਿਬ ਨੇ ਤਾਂ ਬਨਾਰਸ ਦੇ ਵਿੱਚ ਰਹਿਣ ਵਾਲੇ ਕਹਿੰਦੇ ਕਹਾਉਂਦੇ ਰਾਜਨੀਤਿਕਾਂ ਦੀਆਂ ਗੋਡਣੀਆਂ ਲਵਾਤੀਆਂ। ਤੇ ਸਾਡੇ ਕੋਲੇ ਹਿੰਮਤ ਹੈਗੀ ਆ? ਗੌਰ ਕਰਕੇ ਵੇਖਣੀ ਆ ਕਿ ਕਿੱਡੀ ਤਕੜੀ, ਉੱਥੋਂ ਦੇ ਲੋਕਾਂ ਨੇ ਕਿੱਡੀ ਤਕੜੀ ਗੱਲ ਕਹੀ ਆ। ਕਹਿੰਦੇ ਕਹਾਉਂਦੇ ਦੀ ਨੱਕ ਨਾਲ ਲਕੀਰ ਕਢਾਉਣੀ। ਇਹ ਜਿਹੜਾ ਬੰਦਾ ਡਰਦਾ ਨਹੀਂ ਨਾ ਉਸੇ ਦੇ ਹਿੱਸੇ ਸੇਵਾ ਆਉਂਦੀ ਆ। ਤੇ ਜਿਹੜਾ ਡਰਪੋਕ ਹੁੰਦਾ ਉਲਟਾ, ਉਹ ਭਾਵੇਂ ਸਹੀ ਹੋਵੇ ਪਰ ਉਹ ਕਿਸੇ ਦੇ ਅਧੀਨ ਹੋ ਕੇ ਨੱਕ ਨਾਲ ਲਕੀਰਾਂ ਖੁਦ ਹੀ ਕੱਢ ਦਿੰਦਾ। ਜਿਹਨੂੰ ਆਪਾਂ ਕਹਿ ਦਈਏ ਨਾ ਜਿਵੇਂ ਕੁੱਤਾ ਲੱਤਾਂ 'ਚ ਪੂਛ ਲੈ ਲੈਂਦਾ, ਉਹ ਡਰ ਦਾ ਪ੍ਰਤੀਕ ਹੁੰਦਾ ਉਹਦਾ ਵੀ ਇਹ ਡਰ ਗਿਆ। ਤੇ ਦੂਜਾ ਕੁੱਤਾ ਜਿਹੜਾ ਘੂਰਦਾ ਹੁੰਦਾ ਉਹ ਚੁੱਪ ਕਰ ਜਾਂਦਾ ਵੀ ਹੁਣ ਤਾਂ ਬਸ ਇਹਨੇ ਹਾਰ ਮੰਨ ਲਈ, ਹੁਣ ਕਾਹਨੂੰ ਧੌਣ ਤੋਂ ਫੜਨਾ ਇਹਨੂੰ। ਵੈਸੇ ਸਾਡੀ ਦੁਨੀਆ ਦਾ ਸੁਭਾਅ ਸਾਨੂੰ ਇਦਾਂ ਡਰਾ ਕੇ ਧਮਕਾ ਕੇ ਲੁੱਟ ਰਹੇ ਨੇ, ਚਾਹੇ ਉਹ ਦੁਨੀਆ ਦੇ ਵਿੱਚ ਰਹਿਣ ਵਾਲੇ ਲੋਟੂ ਬਾਬੇ ਨੇ ਤੇ ਚਾਹੇ ਉਹ ਕੋਈ ਆਮ ਲੀਡਰ ਆ, ਚਾਹੇ ਕੋਈ ਆਮ ਅਫਸਰ ਆ, ਕੋਈ ਰਿਸ਼ਵਤ ਲੈਂਦਾ, ਕੋਈ ਰਿਸ਼ਵਤ ਦਿੰਦਾ। ਕੌਣ ਆ? ਮਤਲਬ ਅਸੀਂ ਖੁਦ ਹੀ ਡਰਪੋਕ ਹਾਂ। ਵਾਹਿਗੁਰੂ ਭਲਾ ਕਰੇ ਬਿਰਲਿਆਂ ਨੂੰ ਛੱਡ ਕੇ। ਭਗਤ ਕਬੀਰ ਸਾਹਿਬ ਜੀ ਬਾਰੇ ਜਦੋਂ ਪੁੱਛਿਆ ਨਾ, ਕਹਿੰਦੇ ਨਹੀਂ ਜੀ ਉਹ ਡਰਦੇ ਨਹੀਂ ਕਿਸੇ ਤੋਂ। ਸੱਚਮੁੱਚ ਉਹਨਾਂ ਨੇ ਤਾਂ ਨਾ ਕਹਿੰਦੇ ਕਹਾਉਂਦਿਆਂ ਦਾ ਮੂੰਹ ਫੇਰਿਆ ਪਿਆ, ਤੇ ਫੇਰਿਆ ਵੀ ਆ, ਕੋਈ ਸ਼ੱਕ ਨਹੀਂ।
ਰਾਜਨੀਤਿਕਾਂ ਦਾ ਵੀ ਅਤੇ ਪੁਜਾਰੀਆਂ ਦਾ ਵੀ। ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ, ਮੈਂ ਉਧਰਲੇ ਪਾਸੇ ਨਹੀਂ ਜਾਣਾ। ਸਿਰਫ ਆਪਾਂ ਇੰਨੀ ਵੇਖਣਾ ਸੀ ਵੀ ਕਬੀਰ ਸਾਹਿਬ ਨੇ ਲਿਖਿਆਗਾ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਵੀ ਕੀ ਕਬੀਰ ਸਾਹਿਬ ਨੇ ਬਚਨ ਕਹੇ ਨੇ, ਇਹ ਗੁਣ ਸੀ ਉਹਨਾਂ ਚ ਕਿ ਨਹੀਂ ਸੀ? ਸੀਗਾ। ਤੇ ਤੈਨੂੰ ਆਪਾਂ ਦੋ ਗੱਲਾਂ ਪੁੱਛ ਲਈਆਂ। ਕਿਉਂ ਕਹੇ? ਉਹ ਕਹਿੰਦੇ ਮੈਂ ਆਪਣੇ ਵਿਚਾਰ ਚੈੱਕ ਕਰ ਲਏ। ਕਦੋਂ ਕਹੇ? ਜਦੋਂ ਨਿਰਭਉ ਤੇ ਨਿਰਵੈਰ ਜੀਵਨ ਸੀ। ਤੇ ਤੀਜੀ ਗੱਲ, ਜਦੋਂ ਮਨੁੱਖ ਨੇ ਆਪਣੇ ਮਨ ਦੇ ਵਿਚਾਰ ਵੇਖ ਲਏ, ਬੰਦੇ ਨੇ ਆਪਣੇ ਆਪ ਤੇ ਖੋਜ ਕਰ ਲਈ। ਨੰਬਰ 2 ਤੇ ਨਿਰਭਉ ਤੇ ਨਿਰਵੈਰ ਵਾਲੀ ਜ਼ਿੰਦਗੀ ਆ ਗਈ, ਨਾ ਮੌਤ ਦਾ ਡਰ ਨਾ ਕੋਈ ਹੋਰ ਫਿਕਰ। ਚਿੰਤਾ ਤੋਂ ਬੰਦਾ ਹੋ ਗਿਆ ਮੁਕਤ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸਹੀ ਹੈ। ਚਿੰਤਾ ਉਹਨਾਂ ਕੰਮਾਂ ਦੀ ਕਰਨੀ ਹੁੰਦੀ ਆ ਜਿਹੜੇ ਕੰਮ ਸਾਡੇ ਕੱਲਿਆਂ ਨਾਲ ਵਾਪਰਨ। ਨੌਵੇਂ ਪਾਤਸ਼ਾਹ ਜੀ ਵੀ ਆਪਣੀ ਪਾਵਨ ਬਾਣੀ ਵਿੱਚ ਲਿਖਦੇ ਨੇ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਜੇ ਤੇਰੇ ਕੱਲੇ ਨਾਲ ਵਾਪਰੀ ਹੈ ਨਾ ਚਿੰਤਾ, ਤੂੰ ਤਾਂ ਕਰ। ਜੇ ਸਾਰੇ ਬਿਮਾਰ ਹੁੰਦੇ ਨੇ, ਕੈਂਸਰ ਸਭ ਨੂੰ ਹੀ ਆ, ਕਿਉਂ ਡਰਦਾ ਫਿਰ? ਇੱਕ ਸੌਖੀ ਜਿਹੀ ਉਦਾਹਰਨ ਆ ਨਾ, ਜੇ ਸਾਰੇ ਬਿਮਾਰ ਨੇ ਤਾਂ ਤੂੰ ਡਰਨਾ, ਤੂੰ ਵੀ ਉਹਨਾਂ ਬਿਮਾਰਾਂ ਚ ਹੀ ਆ, ਤਾਂ ਕੀ ਹੋ ਗਿਆ ਫਿਰ? ਜੇ ਸਾਰੇ ਮਰਦੇ ਨੇ, ਮਰਨਗੇ, ਤੇ ਆਪਾਂ ਕੋ ਡਰੀਏ ਫਿਰ? ਆਪਾਂ ਵੀ ਮਰ ਜਾਣਾਗਾ, ਰਹਿਣਾ ਕਿਸੇ ਨੇ ਵੀ ਨਹੀਂ। ਹੁਣ ਇੱਥੋਂ ਸਿੱਧ ਹੋ ਗਿਆ, ਕਬੀਰ ਸਾਹਿਬ ਜੀ ਕਹਿੰਦੇ ਮੇਰੀ ਜ਼ਿੰਦਗੀ 'ਚ ਮੈਨੂੰ ਨਾ ਆਨੰਦ ਮਿਲ ਗਿਆ। ਹੁਣ ਮੈਨੂੰ ਡਰ ਕੋਈ ਨਹੀਂ, ਮੇਰਾ ਵੈਰ ਕੋਈ ਨਹੀਂ, ਮੇਰੇ ਵਿਚਾਰ ਸੋਹਣੇ ਬਣ ਗਏ। ਮੈਂ ਆਪਣੇ ਵਿਚਾਰ ਚੈੱਕ ਕਰ ਲਏ ਤੇ ਜਿਹੋ ਜਿਹੇ ਮੇਰੇ ਵਿਚਾਰ ਸੀ ਉਹਨਾਂ ਵਿਚਾਰਾਂ ਦੇ ਅਧੀਨ ਮੈਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ। ਹੁਣ ਮੈਨੂੰ ਸਰੀਰਕ ਮੌਤ ਦਾ ਖੌਫ, ਡਰ ਉਹ ਦੂਰ ਹੋ ਗਿਆ। ਮੈਨੂੰ ਸਰੀਰਕ ਤਲ ਤੇ ਨਾ ਮੌਤ ਤੋਂ ਡਰ ਨਹੀਂ ਲੱਗਦਾ। ਨੰਬਰ 2 ਤੇ ਕਿਹੜੀ ਗੱਲ ਆ? ਅਧਿਆਤਮਕ ਤਲ ਤੇ ਵਚਣਾ, ਜਾਣੀ ਕਿ ਜਿਨ੍ਹਾਂ ਦੀ ਆਤਮਾ ਮਜ਼ਬੂਤ ਹੋ ਜੇ, ਜਿਨ੍ਹਾਂ ਦੀ ਜ਼ਮੀਰ ਮਜ਼ਬੂਤ ਹੋ ਜੇ। ਇੱਥੇ ਦੂਸਰਾ ਪੁਆਇੰਟ ਇਹ ਵੀ ਹੈ, ਕਿਉਂਕਿ ਹਰ ਬਾਵਨ ਬਾਣੀ ਦੇ ਸ਼ਬਦ ਦੇ ਨਾ ਕਈ ਅਰਥ ਬਣ ਜਾਂਦੇ ਨੇ। ਆਪਾਂ ਇੱਕ ਕੱਲਾ ਅੱਖਰੀ ਅਰਥਾਂ ਤੇ ਨਹੀਂ ਰੁਕਣਾ ਹੁੰਦਾ, ਉਹਦੇ ਕਈ ਪੱਖ ਬਣ ਜਾਂਦੇ ਨੇ। ਗੁਰਬਾਣੀ 'ਚ ਆਹੀ ਖਾਸੀਅਤ ਆ, ਗੁਰਬਾਣੀ 'ਚ ਨਾ ਇਹੀ ਖਾਸ ਗੱਲ ਆ। ਤੇ ਗੁਰਬਾਣੀ ਪੜ੍ਹਨ ਵਾਲੇ ਵੀ ਖਾਸ ਬਣ ਜਾਂਦੇ ਨੇ, ਗੁਰਬਾਣੀ ਸੁਣਨ ਵਾਲੇ ਵੀ ਖਾਸ ਬਣ ਜਾਂਦੇ ਨੇ, ਗੁਰਬਾਣੀ ਅਧੀਨ ਜ਼ਿੰਦਗੀ ਜਿਉਣ ਵਾਲੇ ਵੀ ਖਾਸ ਬਣ ਜਾਂਦੇ ਨੇ। ਗੁਰਬਾਣੀ ਬੰਦੇ ਨੂੰ ਖਾਸ ਬਣਾ ਦਿੰਦੀ ਆ, ਆਮ ਨਹੀਂ ਬਣਾਉਂਦੀ ਗੀ। ਗੁਰਬਾਣੀ ਆਮ ਨਹੀਂ ਬਣਾਉਂਦੀ, ਆਮ ਤੋਂ ਖਾਸ ਕਰ ਦਿੰਦੀ ਹੈ। ਆਪਾਂ ਆਰੰਭਤਾ ਦੇ ਵਿੱਚ ਬਚਨ ਪੜ੍ਹਿਆ ਸੀ ਨਾ, ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਮਾਰ। ਬਾਣੀ ਨਾ ਬੰਦੇ ਤੋਂ ਦੇਵਤਾ ਬਣਾ ਦਿੰਦੀ ਆ। ਹੁਣ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਅਸੀਂ ਦੇਵਤੇ ਪੂਜਣੇ ਆ ਜਾਂ ਬਣਨਾ। ਮੇਰੇ ਖਿਆਲ ਤਾਂ ਬਣਨਾ ਹੀ ਠੀਕ ਆ, ਪੂਜਣੇ ਕਾਹਨੂੰ ਆ? ਹਨਾ, ਪੂਜਣ ਵਾਲੇ ਚੱਕਰ 'ਚ ਨਾ ਪਈਏ, ਆਪਾਂ ਬਣਨ ਵਾਲੇ ਚੱਕਰ 'ਚ ਪਈਏ, ਆਪਾਂ ਬਣ ਜਾਈਏ। ਗੁਰੂ ਕਿਰਪਾ ਕਰੇ। ਅਗਲੀ ਗੱਲ ਕਬੀਰ ਸਾਹਿਬ ਨੇ ਕਿਹਾ ਸੀ, ਮੇਰਾ ਮਨ ਆਨੰਦ। ਇਹ ਤਾਂ ਕਿਹਾ ਸੀ, ਉਹ ਕਹਿੰਦੇ ਜ਼ਮੀਰ ਦੀ ਮੌਤ ਮੈਂ ਕਦੇ ਵੀ ਨਹੀਂ ਮਰਾਂਗਾ, ਨਾ ਸਰੀਰ ਵਿੱਚ ਰਹਿੰਦਿਆਂ ਤੇ ਨਾ ਸਰੀਰ ਛੱਡਣ ਤੋਂ ਬਾਅਦ। ਨਾ ਸਰੀਰ ਵਿੱਚ ਰਹਿੰਦਿਆਂ ਤੇ ਨਾ ਮੈਂ ਸਰੀਰ ਛੱਡਣ ਤੋਂ ਬਾਅਦ। ਜਿਹੜੀ ਨਾ ਸਾਨੂੰ ਸਰੀਰਕ ਮੌਤ ਆ, ਵਾਹਿਗੁਰੂ ਭਲਾ ਕਰੇ, ਇਹਨੂੰ ਤੁਸੀਂ ਸਾਰੇ ਸਮਝਦੇ ਹੋ, ਬੜੇ ਸਿਆਣੇ ਹੋ। ਗੁਰਬਾਣੀ ਦੇ ਵਿੱਚੋਂ ਇੱਕ ਨਹੀਂ ਅਨੇਕਾਂ ਹਵਾਲੇ ਮਿਲਦੇ ਆ ਵੀ ਬੰਦੇ ਦੀ ਉਮਰ ਮਿਥੀ ਹੋਈ ਆ। ਬੰਦੇ ਦੀ ਉਮਰ ਨਾ ਵਾਹਿਗੁਰੂ ਨੇ ਮਿਥ ਕੇ ਦਿੱਤੀ ਆ ਵੀ ਇੰਨੀ ਕੁ ਉਮਰ ਤਾਂ ਜ਼ਿੰਦਗੀ ਜਿਉਣੀ ਆ। ਸੰਖੇਪ ਵਿਚਾਰਾ ਛੋਟੀ ਜਿਹੀ, ਵੈਸੇ ਤੁਸੀਂ ਜਾਣਦੇ ਹੋ, ਨਾਨਕ ਹਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਣ ਤਲਸਾਰ। ਵੀ ਵਾਹਿਗੁਰੂ ਜੀ ਕਹਿੰਦੇ ਤੈਨੂੰ ਸਵਾਸ ਨਾ ਗਿਣਤੀ ਦੇ ਮਿਲੇ ਨੇ, ਉਹਨੇ ਸਵਾਸ ਜਦੋਂ ਪੂਰੇ ਹੋ ਗਏ ਉਸ ਦਿਨ ਤੂੰ ਇੱਥੋਂ ਸਰੀਰ ਛੱਡ ਜਾਵੇਂਗਾ, ਮਤਲਬ ਨਹੀਂ ਰਵੇਂਗਾ ਸਰੀਰਕ ਤਲ ਤੇ। ਦੂਜੀ ਜ਼ਿੰਦਗੀ, ਦੂਸਰੀ ਜ਼ਿੰਦਗੀ ਹੁੰਦੀ ਹੈ, ਬੰਦਾ ਸਰੀਰ ਭਾਵੇਂ ਛੱਡ ਜੇ ਪਰ ਦੁਨੀਆ ਦੇ ਵਿੱਚ ਨਾ ਅਗਵਾਈ ਕਰਦਾ। ਅਗਵਾਈ ਤੋਂ ਭਾਵ ਦੁਨੀਆ ਦਾ ਉਹ ਲੀਡਰ ਬਣ ਜਾਂਦਾ ਮਰਨ ਤੋਂ ਬਾਅਦ। ਇੱਕ ਤਾਂ ਦੁਨੀਆ ਦੇ ਵਿੱਚ ਜਿਉਂਦੇ ਜੀ ਲੀਡਰ ਬਣਨ ਦੀ ਭਾਵਨਾ ਨਾ, ਤੇ ਗੁਰੂ ਕੀ ਕਹਿੰਦਾ ਇਹ ਗੱਲ ਨੂੰ ਧਿਆਨ ਨਾਲ ਵੇਖਣਾ ਆਪਾਂ। ਜਿਉਂਦੇ ਜੀ ਲੀਡਰ ਬਣੇ ਭਾਵੇਂ ਬੰਦਾ ਨਾ ਬਣੇ, ਉਹ ਇੱਕ ਅਲੱਗ ਗੱਲ ਆ। ਚਲੋ ਬਣ ਜਾਣਾ ਕੋਈ ਮਾੜਾ ਨਹੀਂ, ਚੰਗਾ ਲੀਡਰ ਬਣ ਜਾਵੇ ਨਾ, ਕੋਈ ਮਾੜਾ ਨਹੀਂ।
ਲੀਡਰੀ ਚਾਹੀਦੀ ਆ। 52 ਹੁਕਮਾਂ ਦੇ ਵਿੱਚ ਗੁਰੂ ਸਾਹਿਬ ਨੇ ਰਾਜਨੀਤਿਕ ਪੁਆਇੰਟ ਵੀ ਵਰਤਿਆ ਇੱਕ, ਪਰ ਸਾਡੇ ਲੋਕ ਅਵੇਸਲੇ ਹੋ ਜਾਂਦੇ, ਆਪਾਂ ਕੀ ਲੈਣਾ ਜੀ, ਆਪਾਂ ਕੀ ਲੈਣਾ। ਮਾਫ ਕਰਨਾ, ਇਹ ਵੀ ਗੱਲ ਕਹਿਣੀ ਮਾੜੀ ਆ। ਤੇ ਰਾਜਨੀਤੀ ਦਾ ਨਸ਼ਾ ਵੀ ਮਾੜਾ, ਜਿਵੇਂ ਰੋਟੀ ਲੋੜ ਤੋਂ ਵੱਧ ਖਾਣੀ ਵੀ ਮਾੜੀ ਆ ਤੇ ਭੁੱਖੇ ਰਹਿਣਾ ਵੀ ਮਾੜਾ, ਦੋਨੇ ਗੱਲਾਂ ਹੀ ਆ ਨਾ। ਮਤਲਬ ਗੁਰੂ ਨੇ ਸਾਨੂੰ ਹਰ ਪੁਆਇੰਟ ਤੇ ਸਮਝਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਰਾਜਨੀਤਿਕ ਕੌਣ ਸੀ? ਹੈ ਕੋਈ ਲੀਡਰ ਹੋ ਜਾ? ਸੋਚੋ, ਹਰਗੋਬਿੰਦ ਸਾਹਿਬ ਮਹਾਰਾਜ ਵਰਗਾ ਕੋਈ ਲੀਡਰ ਹੈ? ਗੁਰੂ ਨਾਨਕ ਸਾਹਿਬ ਵਰਗਾ ਕੋਈ ਲੀਡਰ ਹੈ? ਜੇ ਗੁਰੂ ਨਾਨਕ ਸਾਹਿਬ ਆਪ ਚੰਗੇ ਲੀਡਰ ਸੀ ਨਾ, ਤਾਂ ਉਹਨਾਂ ਨੇ ਉਂਗਲ ਕਰਕੇ ਵੀ ਗੱਲ ਕਹੀ ਆ, ਕਹਿੰਦੇ ਤਖਤ ਤੇ ਉਹਨੂੰ ਬਹਾ ਭਾਈ, ਚੰਗੇ ਨੂੰ। ਕਿਹੜੇ ਨੂੰ? ਜਿਹੜਾ ਤੇਰੀ ਯੋਗ ਅਗਵਾਈ ਕਰੇ। ਯੋਗ ਅਗਵਾਈ ਕਰੇ ਉਹ ਕਿਹੋ ਜਿਹਾ ਚਾਹੀਦਾਗਾ? ਤਖਤ ਰਾਜਾ ਸੋਭ ਹੈ, ਜੇ ਤਖਤ ਲਾਇਕ ਹੋਏ। ਗੁਰੂ ਸਾਹਿਬ ਜੀ ਕਹਿੰਦੇ ਨਾ, ਅਸਲ ਦੇ ਵਿੱਚ ਤਖਤ ਤੇ ਬਹਾਉਣ ਵਾਲਾ ਉਹ ਪਹਿਚਾਨ ਕਰ ਜਿਹੜਾ ਤਖਤ ਦੇ ਲਾਇਕ ਆ, ਜਿਹੜਾ ਕੁਰਸੀ ਦੇ ਲਾਇਕ ਆ। ਅੱਛਾ, ਜਿਹੜੇ ਕੂੜੇ ਦੀ ਨਾ ਘਰ 'ਚ ਰੂੜੀ ਤੇ ਥਾਂ ਗਈ, ਉਹਨੂੰ ਆਪਾਂ ਸ਼ੋਅ ਕੇਸ ਵਿੱਚ ਨਹੀਂ ਰੱਖਦੇ ਕਿ ਰੱਖ ਲੈਂਦੇ ਆ ਵੀ ਚਲੋ ਕੂੜਾ ਬੜਾ ਸੋਹਣਾ ਲੱਗਦਾ ਮੈਨੂੰ, ਤੇ ਮੈਂ ਕੂੜੇ ਨੂੰ ਨਾ ਸ਼ੋਅ ਕੇਸ ਵਿੱਚ ਰੱਖਦਾ। ਤੇ ਅੱਜ ਸਾਡੀ ਦੁਨੀਆ ਇੰਨੀ ਬੇਸਮਝ ਹੋ ਗਈ, ਕੂੜੇ ਨੂੰ ਸਿਰ ਤੇ ਧਰੀ ਫਿਰਦੀ ਆ। ਕਿੱਦੇ ਲਾਹੋਗੇ ਭਾਈ ਕੂੜਾ ਸਿਰ ਤੋਂ? ਇਹ ਤੁਸੀਂ ਆਪ ਹੀ ਗੌਰ ਕਰ ਲਓ। ਦੇਖੋ, ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹੀ, ਮੌਕੇ ਤੇ ਗੱਲ ਆ ਗਈ ਵੀ ਬਾਬਾ ਨਾਨਕ ਕਹਿੰਦਾ ਕੁਰਸੀ ਤੇ ਉਹਨੂੰ ਬਹਾ ਜਿਹੜਾ ਲਾਇਕ ਆ, ਬੇਇੱਜ਼ਤਿਆਂ ਨੂੰ ਨਾ ਬਹਾ, ਜਿਨ੍ਹਾਂ ਦੀ ਇੱਜ਼ਤ ਜ਼ੀਰੋ ਨਹੀਂ ਹੈ, ਇੱਜ਼ਤ ਤੋਂ ਗਿਰੇ ਹੋਏ ਨੇ, ਕਰੈਕਟਰ ਤੋਂ ਗਿਰੇ ਹੋਏ ਨੇ। ਨਸ਼ਾ ਵੇਚਣ ਵਾਲਿਆਂ ਨੂੰ ਨਾ ਬਹਾ, ਉਹਨਾਂ ਨੇ ਤੇਰੇ ਭਵਿੱਖ ਨੂੰ ਖਤਮ ਕਰ ਦੇਣਾ। ਗੁਰੂ ਗ੍ਰੰਥ ਸਾਹਿਬ ਰੁਲ ਗਿਆ, ਇਹੋ ਜਿਹੇ ਲੀਡਰ ਨਹੀਂ ਚਾਹੀਦੇਗੇ। ਰੁਲ ਗਿਆ ਨਾ। ਤੇ ਗੁਰੂ ਘਰਾਂ ਦੇ ਵਿੱਚ ਕਿੰਨੀ ਮਨਮਤ ਚੱਲਦੀ ਆ। ਇਹ ਸੰਤ ਸਮਾਜ ਨਹੀਂ, ਸੰਤਾਂ ਦਾ ਬੱਗ ਆ। ਇਹ ਸੰਤਾਂ ਦੇ ਬੱਗ ਪਿੱਛੇ ਨਾ ਲੱਗ, ਗੁਰੂ ਪਿੱਛੇ ਲੱਗ। ਇਹ ਗੁਰੂ ਕਹਿੰਦਾ ਹੈ ਨਾ। ਤੇ ਜੇ ਤਾਂ ਭਾਈ ਆਪਾਂ ਸਿਆਣੇ ਆ ਤਾਂ ਸਮਝ ਜਾਓਗੇ ਤੁਸੀਂ, ਤੇ ਨਹੀਂ ਮਾਫ ਕਰਨਾ, ਉਹ ਆਪਣੀ ਸਾਰਿਆਂ ਦੀ ਮਰਜ਼ੀ ਆ। ਜੇ ਅਜੇ ਵੀ ਸਾਡੇ ਦਿਮਾਗ ਦੇ ਵਿੱਚ ਇਹ ਜਿਹਾ ਕੂੜੇ ਨੂੰ ਸਿਰ ਤੇ ਬਹਾਉਣ ਵਾਲਾ ਪੁਆਇੰਟ ਆ ਨਾ, ਫਿਰ ਲੱਖ ਲਾਹਨਤ ਆ ਸਾਨੂੰ ਜਿਉਣ ਤੇ। ਚਲੋ, ਗੁਰੂ ਸਾਹਿਬ ਨੇ ਜਿਹੜੀ ਗੱਲ ਚੱਲੀ ਸੀ ਨਾ, ਵੀ ਸਾਨੂੰ ਇਹ ਵੀ ਗੱਲ ਸਮਝਾਈ ਆ। ਹੁਣ ਗੁਰਦੇਵ ਪਾਤਸ਼ਾਹ ਜੀ ਨੇ ਬਾਣੀ 'ਚ ਕੀ ਦਿੱਤਾ ਸਾਨੂੰ ਉਪਦੇਸ਼? ਕਹਿੰਦੇ ਤੂੰ ਉਹ ਲੀਡਰ ਬਣ, ਤੂੰ ਮਰਨ ਤੋਂ ਬਾਅਦ ਵੀ ਲੀਡਰੀ ਕਰੇ। ਕੋਈ ਬੁੱਝ ਸਕਦਾ ਮਰਨ ਤੋਂ ਬਾਅਦ ਲੀਡਰੀ ਕੌਣ ਕਰਦਾ? ਗੁਰੂ ਨਾਨਕ ਸਾਹਿਬ ਸਰੀਰ ਤਾਂ ਛੱਡ ਗਏ ਨਾ, ਤੇ ਲੀਡਰ ਅੱਜ ਵੀ ਸਾਡੇ ਉਹੀ ਆ। ਦੇਖੋ ਕੈਸੀ ਕਰਾਮਾਤ ਆ ਮੇਰੇ ਬਾਬੇ ਨਾਨਕ ਦੀ। ਗੁਰੂ ਅੰਗਦ ਸਾਹਿਬ ਮਹਾਰਾਜ ਲੀਡਰੀ, ਵਾਹਿਗੁਰੂ ਸਰੀਰ ਛੱਡ ਗਏ, ਪਰ ਅੱਜ ਵੀ ਸਾਡੇ ਲੀਡਰ ਆ। ਗੁਰੂ ਗੋਬਿੰਦ ਸਿੰਘ ਦਾ ਅੱਜ ਦਾ ਇਤਿਹਾਸ ਆਪਾਂ ਪੜ੍ਹਨਾਗਾ। ਗੁਰੂ ਗੋਬਿੰਦ ਸਿੰਘ ਮਹਾਰਾਜ 42 ਸਾਲ ਦੀ ਉਮਰ ਵਿੱਚ ਆਪਣਾ ਸਰੀਰ ਛੱਡ ਗਏ। ਜਾਣਾ ਸਭ ਨੇ ਜਾਣਾ, ਕੋਈ ਖਤਰਾ ਨਹੀਂ ਜਾਣ ਤੋਂ। ਉਹ ਪਹਿਲਾਂ ਕਬੀਰ ਸਾਹਿਬ ਦਾ ਬਚਨ ਆਪਾਂ ਪੜ੍ਹ ਲਿਆ। ਪਰ ਚੇਤਾ ਰੱਖਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਅਗਵਾਈ ਕਰ ਰਹੇ ਨੇ। ਜੇ ਨਹੀਂ ਕਰਦੇ, ਤੁਸੀਂ ਆਪਣੇ ਵੱਲੋਂ ਦੱਸ ਕੇ ਜਾਇਓ ਵੀ ਨਹੀਂ ਅਸੀਂ ਇਸ ਗੱਲ ਨੂੰ ਮੰਨਦੇ ਨਹੀਂ। ਗੁਰੂ ਗੋਬਿੰਦ ਸਿੰਘ ਜੀਵਨ ਦੇ ਵਿੱਚ ਸਾਡੇ ਕਿਵੇਂ ਅਗਵਾਈ ਕਰ ਦੂਗਾ? ਸਾਨੂੰ ਸਰੀਰਕ ਦੁੱਖ ਆ ਨਾ, ਅਸੀਂ ਐਸੇ ਲੀਡਰ ਕੋਲੇ ਆਉਣੇ ਆ। ਕੋਰਟ ਕਚਹਿਰੀ ਦਾ ਕੇਸ ਆ ਨਾ, ਉੱਥੇ ਬਾਅਦ ਜਾਂਦੇ ਆ, ਪਹਿਲਾਂ ਇੱਥੇ ਅਰਦਾਸ ਕਰਨ ਆਉਣੇ ਆ। ਕੋਈ ਹੋਰ ਕਿਸੇ ਤਰ੍ਹਾਂ ਦਾ ਦੁੱਖ ਆ ਨਾ, ਪਹਿਲਾਂ ਆਪਾਂ ਆਹ ਲੀਡਰ ਕੋਲੇ ਆਉਣੇ ਆ, ਇਸ ਲੀਡਰ ਕੋਲੇ ਆ ਕੇ ਮਿਹਨਤ ਕਰਦੇ ਆ, ਫਿਰ ਦੂਜੇ ਕੋਲੇ ਜਾਂਦੇ ਆ। ਦੂਜਾ ਲੀਡਰ ਕੰਮ ਕਰੇ ਨਾ ਕਰੇ, ਪਰ ਇਹ ਗਰੰਟੀ ਸ਼ੁਦਾ ਕਰਦਾ ਜੇ ਵਿਸ਼ਵਾਸ ਹੋਵੇ ਤਾਂ। ਜੇ ਵਿਸ਼ਵਾਸ ਨਹੀਂ, ਫਿਰ ਆਪਾਂ ਜਿੱਥੇ ਮਰਜ਼ੀ ਜਾ ਸਕਦੇ ਆ। ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ, ਕਹਿੰਦੇ ਭਾਈ ਉਹ ਕੰਮ ਕਰ ਜਿਹੜੇ ਕੰਮ ਨਾ ਤੈਨੂੰ ਮਰਨ ਤੋਂ ਬਾਅਦ ਵੀ ਲੀਡਰ ਬਣਾ ਦੇਣਾ। ਫਿਰ ਮਾਫ ਕਰਨਾ, ਸਾਡਾ ਇਤਿਹਾਸ ਤਾਂ ਸਾਰੇ ਲੀਡਰਾਂ ਨਾਲ ਭਰਿਆ ਪਿਆ ਹੈਗਾ। ਉਹ ਲੀਡਰ ਲਓ ਜਿਹੜੇ ਮਰਨ ਤੋਂ ਬਾਅਦ ਅਗਵਾਈ ਕਰਦੇ ਨੇ। ਚਲੋ, ਵਿਚਾਰ ਇੱਥੇ ਕਾਫੀ ਸੀ, ਪਰ ਦਸ਼ਮੇਸ਼ ਪਿਤਾ ਜੀ ਦਾ ਆਪਾਂ ਇਤਿਹਾਸ ਹੀ ਪੜ੍ਹ ਰਹੇ ਨਾਲ ਨਾਲ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਦੀ ਵਿਚਾਰ ਆ। ਮਰਨ ਤੋਂ ਬਾਅਦ ਪਰਮਾਨੰਦ ਦੀ ਪਦੀ ਤੇ ਪਹੁੰਚਣਾ। ਪਰਮਾਨੰਦ ਤੋਂ ਭਾਵ ਕੀ ਹੈ? ਉਸ ਅਵਸਥਾ ਵਿੱਚ ਪਹੁੰਚਣਾ ਜਿੱਥੇ ਜੰਮਣ ਮਰਨ ਤੋਂ ਗੱਲ ਪਰੇ ਦੀ ਵਗ ਜਾਂਦੀ ਆ, ਚਿੰਤਾ ਝੋਰੇ ਤੋਂ ਗੱਲ ਪਰੇ ਦੀ ਵਗ ਜਾਂਦੀ ਆ, ਲੋਭ ਲਾਲਚ ਤੋਂ ਗੱਲ ਪਰੇ ਹੋ ਜਾਂਦੀ ਆ, ਜਿੱਥੇ ਕੋਈ ਕਿਸੇ ਤਰ੍ਹਾਂ ਦਾ ਗਮ ਨਹੀਂ, ਭੈ ਨਹੀਂ, ਕਿਸੇ ਤਰ੍ਹਾਂ ਦਾ ਖੌਫ ਨਹੀਂ, ਉੱਥੇ ਵਗ ਜਾਂਦਾ ਬੰਦਾ। ਉਹ ਕਿਹੜੀ ਅਵਸਥਾ ਕੀ? ਬੇਗਮਪੁਰਾ ਸ਼ਹਿਰ ਕੋ ਨਾਓ,
ਉਹ ਅਸੀਂ ਗਮ ਬੇਗਮ ਪੁਰੇ ਦੇ ਵਿੱਚ ਦਾਖਲ ਹੋ ਜਾਂਦੇ ਆ। ਮਤਲਬ ਸਾਡੀ ਜ਼ਿੰਦਗੀ ਜਿਹੜੀ 42 ਸਾਲ ਦੀ, 50 ਸਾਲ ਦੀ, 70 ਸਾਲ ਦੀ ਗੁਜ਼ਰੀ ਆ, ਉਹਦੇ ਵਿੱਚ ਇੰਨੇ ਚੰਗੇ ਕੰਮ ਕੀਤੇ ਨੇ। ਚਾਹੇ 10 ਸਾਲ ਦੀ ਉਮਰ ਚੰਗੇ ਕੰਮ ਕਰ ਗਏ, ਚਾਹੇ 20 ਸਾਲ ਜਿਉਂ ਕੇ ਚੰਗੇ ਕੰਮ ਕਰ ਗਏ, ਉਹ ਜ਼ਿੰਦਗੀ ਜਿਉਣ ਤੋਂ ਬਾਅਦ ਨਾ ਸਾਡਾ ਇੱਕ ਪ੍ਰੂਫ ਰਹਿ ਜਾਂਦਾ ਦੁਨੀਆ ਦੇ ਵਿੱਚ, ਆਹ ਬੰਦਾ ਬੜਾ ਚੰਗਾ ਸੀ, ਇਹਦੇ ਜੀਵਨ ਤੋਂ ਸੇਧ ਲੈ ਕੇ ਚੱਲੋ, ਆਹ ਪਰਮਾਨੰਦ ਦੀ ਪ੍ਰਾਪਤੀ ਆ। ਪਰ ਹੁਣ ਮਰ ਸਾਡੇ ਟੱਬਰ ਦੇ ਵਿੱਚ ਕਿੰਨੇ ਗਏ, ਕੋਈ ਸਾਡਾ ਦਾਦਾ, ਕੋਈ ਦਾਦੇ ਦਾ ਦਾਦਾ, ਕੋਈ ਪੜਦਾਦਾ, ਕੋਈ ਪੜਦਾਦੇ ਦਾ ਪੜਦਾਦਾ। ਸਾਡੇ ਘਰ ਵਿੱਚ ਅੱਜ ਕੋਈ ਇਹੋ ਜਿਹਾ ਹੈ ਜਿਹੜਾ ਯੋਗ ਅਗਵਾਈ ਕਰਦਾ ਹੋਵੇ ਵੀ ਸਾਡਾ ਤਾਂ ਫਲਾਨਾ ਬੁੜਾ ਭਾਈ, ਉਹ ਅੱਜ ਵੀ ਸਾਡੇ ਟੱਬਰ 'ਚ ਨਾ ਮੇਰੀਆਂ ਨੂੰਹਾਂ, ਮੇਰੀਆਂ ਧੀਆਂ, ਮੇਰੇ ਪੁੱਤਰ, ਮੇਰੇ ਪੋਤਰੇ ਬਾਪੂ ਦੀ ਸਿੱਖਿਆ ਤੇ ਚੱਲ ਰਹੇ ਨੇ? ਨਾ, ਇਹ ਗੱਲ ਕੋਈ ਨਹੀਂ ਕਹਿੰਦਾ। ਕਿਉਂ ਨਹੀਂ ਕਹਿੰਦਾ? ਕਿਉਂਕਿ ਉਹਨਾਂ ਬਾਪੂਆਂ ਨੇ ਕੋਈ ਪੂਰਨ ਹੀ ਨਹੀਂ ਪਾਇਆ। ਜੇ ਕੋਈ ਪੂਰਨਾ ਪਾਇਆ ਹੁੰਦਾ ਫਿਰ ਤੁਹਾਨੂੰ ਪੁੱਛ ਲੈਂਦੀ, ਬਾਪੂ ਜੀ ਤੁਸੀਂ ਬੜੇ ਚੰਗੇ ਸੀ, ਤੁਹਾਡੀ ਨਾ ਬੜੀ ਮੈਂ ਮਹਿਮਾ ਸੁਣੀ ਆ ਜਿਸ ਦਿਨ ਦੀ ਆ ਘਰ 'ਚ ਆਈ ਆ, ਪਰ ਮੈਂ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਚੱਲੂ। ਬਾਪੂ ਤਾਂ ਨਸ਼ੇ ਕਰਦਾ ਰਿਹਾ, ਬਾਪੂ ਤਾਂ ਜਿੱਦੇ ਮਰਿਆ ਨਾ, ਮਰਨ ਵੇਲੇ ਵੀ ਜੇਬ 'ਚੋਂ ਜਰਦੇ ਦੀਆਂ ਪੁੜੀਆਂ ਨਿਕਲੀਆਂ ਨੇ। ਹੁਣ ਨੂੰਹ ਦੱਸ ਕੀ ਮੰਨੇ? ਬਾਪੂ ਤਾਂ ਚਿੱਟੀ ਦਾੜੀ ਵਾਲਾ ਹੋ ਗਿਆ ਸੀ। ਨੂੰਹ ਦਾ ਜਦੋਂ ਘਰ ਵਿੱਚ ਆਉਣਾ ਹੋਇਆ ਨਾ, ਪਹਿਲੀ ਮੁਲਾਕਾਤ ਹੋਈ ਆ ਦਾਦੇ ਨਾਲ, ਪੜਦਾਦੇ ਨਾਲ, ਬਾਪੂ ਨਾਲ। ਬਾਪੂ ਤਾਂ ਮੈਰਿਜ ਪੈਲਸ ਦੇ ਵਿੱਚ ਸਟੇਜ ਤੇ ਨੱਚਦਾ ਸੀ। ਨੂੰਹ ਕਹਿੰਦੀ ਤੇਰੇ ਵਰਗੇ ਤੂੰ ਕੀ ਕਰਾਉਣਾ? ਚਾਹੇ ਅੱਜ ਨਾ ਕਹੇ, ਉਹ ਅੱਜ ਕਹਿੰਦੀ ਹੈ ਚਲੋ ਖੁਸ਼ੀਆਂ ਦਾ ਦਿਨ ਆ, ਪਰ ਸਮਾਂ ਪਾ ਕੇ ਤਾਂ ਜ਼ਰੂਰ ਕਹੂ ਅਗਲੀ। ਤੇ ਸਾਨੂੰ ਸਮਝ ਲੈਣਾ ਚਾਹੀਦਾ, ਜਿਹੜੇ ਕੰਮ ਅਸੀਂ ਅੱਜ ਕਰਦੇ ਆ, ਕੱਲ ਨੂੰ ਇਹਨਾਂ ਨੇ ਸਾਡੀ ਇੱਕ ਪੈਨ ਡਰਾਈਵ ਬਣ ਜਾਣਾ, ਚਿਪ ਬਣ ਜਾਣਾ, ਤੇ ਉਹ ਚਿਪ ਚਾਹੇ ਚੰਗੇ ਕੰਮਾਂ ਦੀ ਭਰ ਦੋ ਤੇ ਚਾਹੇ ਮਾੜਿਆਂ ਦੀ ਭਰ ਦੋ, ਮਰਜ਼ੀ ਸਾਡੀ ਆ। ਇਸ ਅਵਸਥਾ ਵਿੱਚ ਜਾ ਕੇ ਭਗਤ ਕਬੀਰ ਸਾਹਿਬ ਨੇ ਕਿਹਾ, ਮੇਰਾ ਮਨ ਆਨੰਦ, ਮੈਂ ਜਿਉਂਦਾ ਜੀ ਵੀ ਆਨੰਦ ਮਾਣਿਆ, ਮੈਂ ਡਰਿਆ ਨਹੀਂ, ਮੈਂ ਡਰਾਇਆ ਨਹੀਂ, ਮੈਂ ਆਪਣੇ ਆਪ ਨੂੰ ਚੈੱਕ ਕੀਤਾ, ਤੇ ਮਰਨ ਤੋਂ ਬਾਅਦ ਵੀ ਮੇਰਾ ਜੀਵਨ ਪਰਮਾਨੰਦੀ ਦੀ ਅਵਸਥਾ ਵਿੱਚ ਹੈ। ਅਗਲਾ ਸਬਜੈਕਟ ਆ ਜਿਹੜਾ ਆਪਣਾ ਵਿਸ਼ਾ ਹੈਗਾ, ਉਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਨਾਲ। ਕਾਫੀ ਲੰਮੇ ਟਾਈਮ ਤੋਂ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਸੁਣਦੇ ਆ ਰਹੇ ਹਾਂ। ਅੱਜ ਦੀ ਵਿਚਾਰ ਜੋ ਆਪਾਂ ਪਿੱਛੇ ਛੱਡੀ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੰਦਾ ਸਿੰਘ ਵਾਹਿਗੁਰੂ ਬਹਾਦਰ ਸ਼ਾਹ ਗੋਦਾਵਰੀ ਦੇ ਕੰਢੇ ਤੇ ਮਿਲਦੇ ਨੇ, ਤੇ ਉੱਥੇ ਗੁਰੂ ਸਾਹਿਬ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਤੇ ਗੁਰੂ ਸਾਹਿਬ ਖਰੀਦੇ ਨਹੀਂ ਗਏ। ਇੱਥੇ ਆਪਾਂ ਸਾਰਾ ਪਿੱਛੇ ਸੁਣ ਚੁੱਕੇ ਹਾਂ। ਅਗਲੀ ਜਿਹੜੀ ਮਿਲਣੀ ਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ, ਅਗਲੀ ਮਿਲਣੀ ਹੁੰਦੀ ਆ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ, ਜਿਹਨੂੰ ਸਾਰੇ ਜਾਣਦੇ ਆ ਆਪਾਂ, ਐਸੀ ਗੱਲ ਨਹੀਂ ਵੀ ਨਹੀਂ ਜਾਣਦੇ। ਸਾਡੇ ਇਤਿਹਾਸ ਦੇ ਵਿੱਚ ਉਹਨੂੰ ਨਾ ਬਹਾਦਰ ਦਾ ਰੁਤਬਾ ਮਿਲਿਆ ਹੋਇਆ ਹੈਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾ ਵੱਲੋਂ ਉਹਨੂੰ ਬਹਾਦਰ ਦਾ ਰੁਤਬਾ ਮਿਲਿਆ ਹੋਇਆ। ਇਉਂ ਕਹਿ ਲੋ, ਕੋਈ ਮੁਲਾਜ਼ਮ ਆ ਨਾ, ਉਹਦੇ ਮੋਢੇ ਤੇ 1 ਸਟਾਰ, 2 ਸਟਾਰ, 3 ਸਟਾਰ, ਫਿਰ ਫੀਤੀਆਂ ਲੰਮੀਆਂ ਹੋਣ ਲੱਗ ਜਾਂਦੀਆਂ ਨੇ, ਫਿਰ ਜੇਬ ਤੇ ਸਟਾਰ ਆ ਜਾਂਦੇ ਨੇ, ਰੈਂਕ ਵਧੀ ਜਾਂਦੇ ਨੇ। ਤੇ ਦਸ਼ਮੇਸ਼ ਪਿਤਾ ਨੇ ਇਹਨੂੰ ਰੈਂਕ ਦਿੱਤਾ ਹੋਇਆਗਾ ਬਹਾਦਰ ਦਾ। ਵਾਹਿਗੁਰੂ ਭਲਾ ਕਰੇ। ਨਾਂ ਕੀ ਰੱਖਿਆ ਸੀ? ਬੰਦਾ, ਤੇ ਪਿੱਛੇ ਕੀ ਲੱਗਿਆ? ਸਿੰਘ, ਤੇ ਉਦੋਂ ਪਿੱਛੇ ਬਹਾਦਰ। ਚਲੋ ਥੋੜੀ ਜਿਹੀ ਬੰਦਾ ਸਿੰਘ ਬਹਾਦਰ ਦੀ ਮਿਲਣੀ ਤੋਂ ਪਹਿਲਾਂ ਆਪਾਂ ਇੱਕ ਵਿਚਾਰ ਕਰ ਲਈਏ। ਬੰਦਾ ਸਿੰਘ ਬਹਾਦਰ ਜੀ ਦਾ ਪਹਿਲਾ ਨਾਮ ਹੈ ਲਛਮਣ ਦਾਸ, ਤੇ ਉਸ ਤੋਂ ਬਾਅਦ ਕੁਝ ਟਾਈਮ ਆਪਣੇ ਵੱਲੋਂ ਹੀ ਸ਼ਿਕਾਰ ਖੇਡਦਾ ਰਿਹਾ, ਸ਼ਿਕਾਰੀ ਸੀਗਾ। ਇੱਕ ਦਿਨ ਕੋਈ ਐਸਾ ਜਾਨਵਰ ਮਿਰਗੀ ਮਰ ਗਈ ਜਿਹਦੇ ਪੇਟ ਵਿੱਚ ਵੀ ਬੱਚੇ ਸੀ, ਸੂਣ ਵਾਲੀ ਸੀ ਕਹਿ ਲੋ, ਉਹਨੇ ਬੱਚਿਆਂ ਨੂੰ ਜਨਮ ਦੇਣਾ ਸੀ, ਮਰ ਗਈ। ਬੱਚੇ ਵੀ ਤੜਫ ਤੜਫ ਕੇ ਦੀਆਂ ਅੱਖਾਂ ਦੇ ਸਾਹਮਣੇ ਮਰ ਗਏ। ਮਾਂ ਮਰ ਗਈ, ਬੱਚਿਆਂ ਨੇ ਮਰਨਾ ਹੀ ਆ। ਇਹਦਾ ਮਨ ਵਿਰਾਗ ਵਿੱਚ ਚਲਾ ਗਿਆ ਵੀ ਨਹੀਂ, ਆਪਾਂ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾਗਾ, ਛੱਡੋ ਬਸ। ਤੇ ਉਸ ਤੋਂ ਬਾਅਦ ਇਹ ਕਿਸੇ ਔਗੜਨਾਥ ਨਾਮ ਦੇ ਸਾਧ ਦਾ ਚੇਲਾ ਬਣ ਗਿਆ। ਉੱਥੇ ਨਾਮ ਇਹਦਾ ਟਿਕ ਗਿਆ ਨਰਾਇਣ ਦਾਸ। ਫਿਰ ਉਸ ਤੋਂ ਬਾਅਦ ਇਹਦਾ ਨਾਮ ਜਦੋਂ ਖੁਦ ਹੀ ਮਾਲਕ ਬਣ ਗਿਆ ਨਾ ਇਹ ਇੱਕ ਦਿਨ ਡੇਰੇ ਦਾ, ਤੇ ਇਹਦਾ ਨਾਮ ਟਿਕ ਗਿਆ ਮਾਧੋ ਦਾਸ। ਮਾਧੋ ਦਾਸ ਬਰਾਗੀ ਵੀ ਕਿਹਾ ਜਾਂਦਾਗਾ। ਚਲੋ ਵਾਹਿਗੁਰੂ ਭਲਾ ਕਰੇ। ਇੱਥੋਂ ਤੁਸੀਂ ਬਹੁਤ ਕੁਝ ਸਮਝ ਗਏ ਸੰਖੇਪ ਦੇ ਵਿੱਚ, ਕਿਵੇਂ ਕਿਵੇਂ ਦੇ ਸਟੈਪ ਵਾਈਜ਼ ਸਟੈਪ ਬਦਲਦਾ ਰਿਹਾ। ਗੁਰੂ ਬਖਸ਼ਿਸ਼ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਇਹਦਾ ਪਿਛੋਕੜ ਸਾਰਾ ਹੀ ਪੜ੍ਹਨ ਦੀ।
ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੰਦਾ ਸਿੰਘ ਬਹਾਦਰ ਨੂੰ ਮਿਲਣ ਦਾ ਜਿਹੜਾ ਫੁਰਨਾ ਗਾ, ਇਹ ਤਾਂ ਦਮਦਮਾ ਸਾਹਿਬ ਹੀ ਬਣ ਗਿਆ ਸੀ। ਮਿਲਣਾ ਜਾ ਕੇ ਕਿਸੇ ਰੱਬ ਦੇ ਪਿਆਰੇ ਨੂੰ ਆਪੇ ਚੱਲਦੇ ਆ ਨਾ। ਗੁਰੂ ਸਾਹਿਬ ਕਿੱਡਾ ਇਤਿਹਾਸ ਭਰਿਆ ਪਿਆਗਾ। ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮਿਲਣਾ ਹੁੰਦਾ ਨਾ, ਤੇ ਉਹ ਗੁਰੂ ਸਾਹਿਬ ਉਹਨਾਂ ਵੱਲ ਆਪ ਹੀ ਜਾਂਦੇ ਨੇ ਚੱਲ ਕੇ। ਇਹ ਵੱਡੀ ਕਿਸਮਤ ਦੀ ਨਿਸ਼ਾਨੀ ਆ, ਵੱਡੇ ਭਾਗਾਂ ਦੀ ਨਿਸ਼ਾਨੀ ਆ। ਗੁਰੂ ਸਾਹਿਬ ਆਪ ਹੀ ਸਬੱਬ ਬਣਾਉਂਦੇ ਨੇ। ਤੇ ਫਿਰ ਆਪਾਂ ਨੂੰ ਪਤਾ ਜੈਤ ਰਾਮ ਦੇ ਡੇਰੇ ਚੋਂ ਵੀ ਭਿਣਕ ਪਈ ਸੀਗੀ। ਜੈਤ ਰਾਮ ਨੇ ਵੀ ਦੱਸਿਆ ਸੀ ਨਾ ਵੀ ਇੱਕ ਗੋਦਾਵਰੀ ਦੇ ਕੰਢੇ ਤੇ ਨਾ ਸਾਧ ਰਹਿੰਦਾ ਗਾ, ਤੇ ਉਹਨੂੰ ਜਾ ਕੇ ਮਿਲੋ, ਬੜਾ ਵਧੀਆ ਹੈਗਾ, ਬੜਾ ਵਧੀਆ ਹੈਗਾ, ਉਹਨੂੰ ਜਾ ਕੇ ਤੁਸੀਂ ਮਿਲੋ। ਤੇ ਗੁਰੂ ਸਾਹਿਬ ਦੀ ਮਨਸਾ ਸੀ ਮਿਲਣ ਦੀ, ਮਿਲਣ ਦੀ ਮਨਸਾ ਸੀਗੀ ਨਾ। ਕੰਮ ਹੀ ਇਹਨੇ ਕਰਨੇ ਨੇ। ਤੋਂ ਬਾਅਦ ਜ਼ਿੰਮੇਵਾਰੀ ਬੰਦਾ ਸਿੰਘ ਬਹਾਦਰ ਨੂੰ ਦੇਣੀ ਹੈਗੀ। ਤੇ ਗੁਰੂ ਸਾਹਿਬ ਨੇ ਇਸ ਟਿਕਾਣੇ ਤੇ ਜਾ ਕੇ ਆਪਣਾ ਇਉਂ ਕਹਿ ਲੋ ਹੋਰ ਕੋਈ ਟਿਕਾਣਾ ਅੱਗੇ ਸੋਚਿਆ ਨਹੀਂ ਵੀ ਕਿਤੇ ਜਾਣਾ, ਇੱਥੇ ਹੀ ਰਹੇ। ਤਾਂਹੀਓ ਅਬਚਲ ਨਗਰ ਇਸ ਅਸਥਾਨ ਨੂੰ ਨਾਮ ਮਿਲਿਆਗਾ। ਅਬਚਲ ਨਗਰ ਗੁਰੂ ਗੋਬਿੰਦ ਕਾ ਨਾਮ ਜਪਤ ਸੁਖ ਪਾਇਆ। ਚਲੋ ਵਾਹਿਗੁਰੂ ਬਖਸ਼ਿਸ਼ ਕਰੇ। ਹੁਣ ਬੰਦਾ ਸਿੰਘ ਬਹਾਦਰ ਦੇ ਜਦੋਂ ਕੋਲ ਗਏ ਤਾਂ ਬਹੁਤੇ ਇਤਿਹਾਸਕਾਰਾਂ ਨੇ ਲਿਖਿਆ ਗੁਰੂ ਸਾਹਿਬ ਬੰਦਾ ਸਿੰਘ ਬਹਾਦਰ ਵਾਲੇ ਆਸਣ ਤੇ ਜਾ ਕੇ ਬਹਿ ਗਏ ਸੀ। ਚਲੋ ਮਾਫ ਕਰਨਾ, ਚਾਹੇ ਬੈਠੇ ਚਾਹੇ ਨਹੀਂ ਬੈਠੇ, ਗੱਲ ਮਿਲਣੀ ਦੀ ਆ, ਗੱਲ ਵਿਚਾਰਾਂ ਦੀ ਆ, ਗੱਲ ਆਪਸ ਦੇ ਵਿੱਚ ਕਰਨ ਤੇ ਆ। ਵੀ ਉਹ ਆਇਆ ਤੇ ਉਹਦਾ ਸੁਭਾਅ ਸੀਗਾ ਵੀ ਇੱਕ ਸਾਧ ਸੀ ਤੇ ਮਸ਼ਕਰੀਆਂ ਬੜੀਆਂ ਕਰਦਾ ਸੀ। ਕੁਦਰਤੀ ਗੱਲ ਆ, ਜਿਹਦੇ ਕੋਲੇ ਮਾੜੀ ਮੋਟੀ ਇਦਾਂ ਦੀ ਪਾਵਰ ਹੁੰਦੀ ਆ ਨਾ, ਉਹਦਾ ਸੁਭਾਅ ਬਣ ਜਾਂਦਾ ਕਦੇ ਮਰ ਚੜੀਏ ਤੇ ਕਦੇ ਜਿਉਂ ਚੜੀਏ। ਉਹ ਇਹਨਾਂ ਖੇਡਾਂ 'ਚ ਪੈ ਜਾਂਦਾ। ਪਰ ਗੁਰਮਤਿ ਇਹਨਾਂ ਖੇਡਾਂ ਨੂੰ ਮੰਨਦੀ ਨਹੀਂ। ਕਿਸੇ ਨੂੰ ਜਾਣੀ ਕਿ ਦੁੱਖ ਦੇ ਦੇਣਾ, ਕਿਸੇ ਨੂੰ ਕਿੱਦਾਂ ਦਾ ਵਰ ਦੇ ਦੇਣਾ, ਕਿਸੇ ਨੂੰ ਸ਼ਰਾਪ ਦੇ ਦੇਣਾ, ਇਦਾਂ ਦੇ ਚੱਕਰ 'ਚ ਬੰਦਾ ਪੈ ਜਾਂਦਾ। ਪਰ ਕਹਿੰਦੇ ਬੰਦਾ ਸਿੰਘ ਬਹਾਦਰ ਦੀ ਜਾਣੀ ਕਿ ਮਾਧੋ ਦਾਸ ਦੀ ਇੱਥੇ ਕੋਈ ਵੀ ਆਪਣੀ ਰਿੱਧੀ ਸਿੱਧੀ ਕੋਈ ਸ਼ਕਤੀ ਚੱਲੀ ਨਹੀਂ। ਚੱਲੇ ਵੀ ਕਿਉਂ? ਕਿਉਂਕਿ ਇਹ ਤਾਂ ਖੁਦ ਹੀ ਗੁਰੂ ਕਰਨੀ ਦਾ ਮਾਲਕ ਆ ਨਾ। ਤੇ ਵਾਹਿਗੁਰੂ ਭਲਾ ਕਰੇ, ਰਿੱਧੀਆਂ ਸਿੱਧੀਆਂ ਤੇ ਜਾਂ ਇਹਨਾਂ ਗੱਲਾਂ ਬਾਤਾਂ ਤੇ ਤਾਂ ਗੁਰੂ ਦਾ ਸਿੱਖ ਵੀ ਨਹੀਂ ਯਕੀਨ ਕਰਦਾ। ਹੋਰ ਤਾਂ ਤੁਸੀਂ ਛੱਡੋ, ਭਾਵੇਂ ਕੋਈ ਬੰਦਾ ਇਉਂ ਕਹੇ ਵੀ ਇਹ ਨਾ ਮਿੱਟੀ ਦੀ ਚੁੰਡੀ ਭਰ ਲੇ ਬੰਦਾ ਤੇ ਸੋਨਾ ਬਣਾ ਦਿੰਦਾ, ਬਣਾ ਦੂ ਬਣਾ ਦੇ, ਸਾਨੂੰ ਕੀ ਇਤਰਾਜ਼ ਆ? ਨਾ ਸਾਨੂੰ ਕੋਈ ਲਾਲਚਾ, ਨਾ ਸਾਨੂੰ ਕੋਈ ਡਾਰਾ, ਨਾ ਅਸੀਂ ਯਕੀਨ ਕਰੀਏ। ਸਾਰੀਆਂ ਗੱਲਾਂ ਹੀ ਆ, ਸਾਡਾ ਤਾਂ ਇੱਕ ਤੇ ਯਕੀਨ ਆ, ਇੱਕ ਤੇ ਭਰੋਸਾ, ਉਸੇ ਤੇ ਬਸ। ਵਾਹਿਗੁਰੂ ਭਲਾ ਕਰੇ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਵੀ ਆਪਾਂ ਪੜ੍ਹਦੇ ਆਂਗੇ ਵੀ ਜਦੋਂ ਗੁਰੂ ਸਾਹਿਬ ਦੀ ਸਿੱਧਾਂ ਦੇ ਨਾਲ ਮਿਲਣੀ ਹੁੰਦੀ ਆ ਤੇ ਸਿੱਧਾਂ ਨੇ ਪਾਣੀ ਦਾ ਲੋਟਾ ਮੰਗਵਾਇਆਗਾ, ਤੇ ਸਿੱਧਾਂ ਨੇ ਉਸ ਟਾਈਮ ਤੇ ਇੱਕ ਉਸ ਇਉਂ ਕਹਿ ਲੋ ਵੀ ਟੋਬੇ ਤੇ ਛਪੜੀ ਤੇ ਇੱਕ ਝਾਲ ਤੇ ਭੇਜਿਆ, ਜਿੱਥੇ ਕਿ ਪਾਣੀ ਦੀ ਥਾਂ ਤੇ ਨਾ ਹੀਰੇ ਮੋਤੀ ਦਿਖਾਏ ਸੀ ਆਪਣੀ ਤਾਕਤ ਦੇ ਨਾਲ ਉਹਨਾਂ ਨੇ। ਇਸ ਗੱਲ ਨੂੰ ਭਾਈ ਗੁਰਦਾਸ ਨੇ ਬਿਆਨ ਕੀਤਾ ਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਵੀ ਜ਼ਿਕਰ ਕਰਦਾ। ਪਰ ਗੁਰੂ ਨਾਨਕ ਸਾਹਿਬ ਖਾਲੀ ਮੁੜੇ ਸੀ, ਕਿਉਂਕਿ ਗ੍ਰਸਤੀ ਬੰਦੇ ਦੀ ਕਮਜ਼ੋਰੀ ਹੁੰਦੀ ਆ ਕਿਸੇ ਚੀਜ਼ ਨੂੰ ਵੇਖ ਕੇ ਉਹ ਤੇ ਮੋਹਤ ਹੋ ਜਾਣਾ। ਇਹ ਗ੍ਰਸਤੀ ਬੰਦੇ ਦੀ ਕਮਜ਼ੋਰੀ ਹੁੰਦੀ ਆ। ਗ੍ਰਸਤੀ ਨੂੰ ਕਾਬੂ ਕਰਨ ਦਾ ਤਰੀਕਾ ਉਹਨੂੰ ਲਾਲਚ ਦੇ ਦਿਓ। ਤੇ 10ਵੇਂ ਪਾਤਸ਼ਾਹ ਤਾਂ ਹੀਰਿਆਂ ਤੇ ਡੁੱਲੇ ਹੀ ਨਹੀਂਗਾ। ਤੇ ਬੰਦਾ ਸਿੰਘ ਬਹਾਦਰ ਜਾਣੀ ਕਿ ਮਾਧੋ ਦਾਸ ਬਰਾਗੀ ਦਾ ਕੋਈ ਜ਼ੋਰ ਨਾ ਚੱਲਿਆ। ਚਲੋ ਮੇਨ ਗੱਲ ਜਿਹੜੀ ਹੈ ਵੀ ਤੁਸੀਂ ਇਹ ਗੱਲ ਬਹੁਤ ਵਾਰੀ ਸੁਣੀ ਪੜ੍ਹੀ ਹੋਣੀ ਆ, ਪਰ ਇਹਨੂੰ ਆਪਾਂ ਇੱਕ ਵਾਰੀ ਪਾਸੇ ਕਰਕੇ ਨਾ ਸਿੱਧੀ ਗੱਲ ਇਉਂ ਕਰੋ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਧੋ ਦਾਸ ਨੂੰ ਮਿਲਦੇ ਨੇ। ਮਾਧੋ ਦਾਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੀ ਸੁਰਤ ਦੀ ਅੱਖ ਨਾਲ ਤੱਕਿਆ। ਇੱਕ ਤਾਂ ਦੁਨਿਆਵੀ ਅੱਖਾਂ ਨਾ ਇਹਨਾਂ ਨਾਲ ਵੇਖਣਾ, ਇਦੋਂ ਅੱਗੇ ਇੱਕ ਸੁਰਤ ਦੀ ਅੱਖ ਆ ਜਿਹੜੀ ਬੰਦੇ ਦੀ ਪਰਖ ਕਰਦੀ ਆ। ਇਹ ਤਾਂ ਲਾਈਟਾਂ ਨੇ ਪਿੱਛੇ, ਪਾਵਰ ਸ਼ਕਤੀ ਪਾਵਰ ਹਾਊਸ ਤਾਂ ਪਿੱਛੇ ਆ ਨਾ, ਉਹ ਤਾਂ ਪਿੱਛੇ ਤੋਂ ਕੰਮ ਕਰਦਾ, ਸਾਰਾ ਸਿਸਟਮ ਤਾਂ ਪਿੱਛੇ ਚੱਲਦਾਗਾ। ਹੁਣ ਵਾਹਿਗੁਰੂ ਭਲਾ ਕਰੇ, ਕਈ ਵਾਰ ਬੰਦਾ ਦੁਨਿਆਵੀ ਅੱਖਾਂ ਨਾਲ ਵੇਖ ਰਿਹਾ ਹੁੰਦਾ, ਪਰ ਧਿਆਨ ਵਿੱਚ ਨਾ ਆਉਣ ਕਰਕੇ ਤੇ ਬੰਦਾ ਭੁੱਲ ਜਾਂਦਾ ਮੈਂ ਕਿਹਨੂੰ ਤੱਕਿਆ ਕਿਹਨੂੰ ਨਹੀਂ ਤੱਕਿਆ, ਕਿਹੜਾ ਮੇਰੇ ਸਾਹਮਣੇ ਆਇਆ ਕਿਹੜਾ ਮੇਰੇ ਸਾਹਮਣੇ ਨਹੀਂ ਆਇਆ। ਜਦੋਂ ਧਿਆਨ ਨਾਲ ਵੇਖਦਾ ਗੱਲ ਫੇਰ ਬਣਦੀ ਆ। ਸੁਰਤ ਦੀ ਅੱਖ ਨਾਲ ਵੇਖਣ ਤੋਂ ਭਾਵ ਕੀ ਆ? ਬੰਦਾ ਸਿੰਘ ਜੀ ਨੇ ਜਾਣੀ ਕਿ ਮਾਧੋ ਦਾਸ ਬਰਾਗੀ ਨੇ ਗੁਰੂ ਸਾਹਿਬ ਨੂੰ ਬੜੇ ਧਿਆਨ ਦੇ ਨਾਲ ਤੱਕਿਆ ਤੇ ਨਾਲ ਸੋਚਿਆ ਵੀ ਆ। ਕੀ ਸੋਚਿਆਗਾ? ਵੀ ਕੌਣ ਹੋਏ? ਕਲਗੀ ਲੱਗੀ ਆ, ਬੜੀ ਵੱਡੀ ਕਮੀਜ਼ ਪਾਈ ਜਾਣੀ ਕਿ ਚੋਲਾ ਪਾਇਆ, ਕਵਰ ਕਸਾ ਲੱਗਿਆ, ਹਥਿਆਰ ਬੰਦ ਨੇ,
ਚਿਹਰਾ ਦੱਸਦਾ ਕੋਈ ਵਿਰਾਗੀ ਸਾਧੂ ਲੱਗਦਾ ਗਾ, ਕੋਈ ਕਰਨੀ ਦਾ ਮਾਲਕ ਲੱਗਦਾ, ਸ਼ਕਤੀਆਂ ਦਾ ਮਾਲਕ ਲੱਗਦਾ, ਤੇ ਬਾਹਰੀ ਤੌਰ ਤੇ ਦਿੱਖ ਸ਼ਿਕਾਰੀਆਂ ਵਾਲੀ ਆ, ਜਾਣੀ ਕਿ ਸੂਰਮਿਆਂ ਵਾਲੀ ਆ। ਕੀ ਕੌਣ ਆ, ਕਿਵੇਂ ਆ? ਚਲੋ ਸਵਾਲ ਜਵਾਬ ਹੋਏ, ਤੁਸੀਂ ਕੌਣ ਹੋ? ਗੁਰੂ ਸਾਹਿਬ ਨੇ ਦੱਸਿਆ, ਕਿਉਂਕਿ ਪਹਿਲੀ ਮੁਲਾਕਾਤ ਆ ਨਾ, ਵੀ ਸਾਡਾ ਨਾਮ ਗੋਬਿੰਦ ਸਿੰਘ ਆ। ਤੇ ਸੱਚੇ ਪਾਤਸ਼ਾਹ ਨੇ ਪੁੱਛਿਆ ਵੀ ਤੂੰ ਵੀ ਦੱਸ ਦੇ, ਤੂੰ ਕੌਣ ਆ? ਤੇ ਉਸ ਟਾਈਮ ਤੇ ਮਾਧੋ ਦਾਸ ਬਰਾਗੀ ਨੇ ਨਾ ਇਹ ਨਹੀਂ ਕਿਹਾ ਵੀ ਮੈਂ ਮਾਧੋ ਦਾਸ ਆ। ਤੇ ਇੱਕ ਗੱਲ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਦਇਆ ਸਿੰਘ ਨੇ ਕਹੀ ਸੀ ਨਾ, ਜਦੋਂ ਗੁਰੂ ਸਾਹਿਬ ਨੇ ਪੁੱਛਿਆ ਵੀ ਤੂੰ ਕੌਣ ਆ, ਤੇ ਦਇਆ ਸਿੰਘ ਨੇ ਇਹ ਨਹੀਂ ਸੀ ਕਿਹਾ ਵੀ ਮੈਂ ਦਇਆ ਰਾਮ ਆਂਗਾ। ਤੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਨਾ ਨਿਮਰਤਾ ਸਹਿਤ ਇਹ ਬੇਨਤੀ ਕੀਤੀ ਸੀ, ਦਾਤਿਆ ਮਾਸ ਹੱਡ ਮਿੱਝ ਦਾ ਇਹ ਛੋਟਾ ਜਿਹਾ ਸਰੀਰ ਆ, ਪਰ ਮੈਨੂੰ ਨਹੀਂ ਪਤਾ ਮੈਂ ਕੌਣ ਆ। ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਆ, ਮੈਨੂੰ ਮੇਰਾ ਢਾਂਚਾ ਬਣਾ ਕੇ ਉਹਨੇ ਧਰਤੀ ਤੇ ਭੇਜਤਾ, ਮੈਨੂੰ ਮੇਰੇ ਬਾਰੇ ਕੋਈ ਪਤਾ ਨਹੀਂ, ਮੈਨੂੰ ਮੇਰੇ ਬਾਰੇ ਤਾਂ ਤੇਰੇ ਨਾਲ ਮਿਲਣ ਤੋਂ ਬਾਅਦ ਪਤਾ ਲੱਗੂਗਾ। ਤੇ ਅੱਜ ਦੀ ਆਪਣੀ ਬਾਣੀ ਦੀ ਵਿਚਾਰ ਵੀ ਇਹੀ ਸੀ, ਬੰਦੇ ਖੋਜ ਦਿਲ ਹਰ ਰੋਜ਼। ਆਪਣੇ ਆਪ ਨੂੰ ਪਰਖ ਕੇ ਵੇਖ, ਤੂੰ ਕੌਣ ਆ। ਸੁਣੋ ਹੋਰੇ ਪ੍ਰਾਣੀ, ਤੂੰ ਕੌਣ ਆ ਭਾਈ, ਆਪਣੇ ਆਪ ਨੂੰ ਵੇਖ। ਪਰ ਪਾਤਸ਼ਾਹ ਮੈਨੂੰ ਪਤਾ ਨਹੀਂ ਮੈਂ ਕੌਣ ਆ। ਹਾਂ, ਮੇਰੇ ਮਾਪਿਓ ਨੇ ਨਾ ਆ ਸਰੀਰ ਦੇ ਢਾਂਚੇ ਦਾ ਨਾਮ ਦਇਆ ਰਾਮ ਰੱਖਿਆ ਗਾ, ਇੰਨਾ ਜ਼ਰੂਰ ਮੈਨੂੰ ਪਤਾ ਗਾ। ਤੇ ਇਹੀ ਗੱਲ ਹੁਣ ਬੰਦਾ ਸਿੰਘ ਨੇ ਕਹੀ ਆ, ਜਾਣੀ ਕਿ ਮਾਧੋ ਦਾਸ ਨੇ ਕਹੀ ਆ। ਮਾਧੋ ਦਾਸ ਕੀ ਕਹਿੰਦਾ ਗਾ, ਸੱਚੇ ਪਾਤਸ਼ਾਹ ਮੈਨੂੰ ਵੀ ਨਹੀਂ ਪਤਾ ਮੈਂ ਕੌਣ ਆ, ਪਰ ਦੁਨੀਆ ਦੀ ਰੀਤ ਮੁਤਾਬਕ ਨਾ ਮੈਂ ਇੱਕ ਬੰਦਾ ਹੀ ਆ। ਮੈਨੂੰ ਨਹੀਂ ਪਤਾ ਮੈਂ ਕੌਣ ਆ, ਪਰ ਦੁਨੀਆ ਦੀ ਰੀਤ ਮੁਤਾਬਕ ਮੈਂ ਇੱਕ ਬੰਦਾ ਹੀ ਆ। ਤੇ ਅੱਜ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਮੈਨੂੰ ਪਤਾ ਨਹੀਂ ਮੈਂ ਕੌਣ ਆ। ਤੇ ਇਦੋਂ ਪਹਿਲਾਂ ਜਿਹੜਾ ਕੋਈ ਟੱਕਰਦਾ ਸੀਗਾ, ਮਾਧੋ ਦਾਸ ਬਰਾਗੀ ਉਹਨਾਂ ਦੇ ਡੈਲ ਘਮਾਉਂਦਾ ਸੀ। ਡੈਲ ਘਮਾਉਣ ਤੋਂ ਭਾਵ ਸਮਝਦੇ ਆ ਨਾ, ਜਾਣੀ ਕਿ ਆਪਣੀਆਂ ਕਰਾਮਾਤਾਂ ਦੇ ਨਾਲ, ਜਾਣੀ ਕਿ ਆਪਣੀਆਂ ਨਾ ਕੁਝ ਇਦਾਂ ਦੀਆਂ ਟੇਢੀਆਂ ਬਿੰਗੀਆਂ ਗੱਲਾਂ ਦੇ ਨਾਲ ਬੰਦੇ ਨੂੰ ਉਲਝਾ ਲੈਂਦਾ ਸੀ। ਇਹ ਪਖੰਡੀਆਂ ਕੋਲੇ ਚਾਲਾਂ ਹੁੰਦੀਆਂ, ਇਦੋਂ ਪਹਿਲਾਂ ਪਖੰਡ ਦੇ ਵਿੱਚ ਜ਼ਿੰਦਗੀ ਜਿਉਂਦਾ ਸੀ। ਪਖੰਡੀਆਂ ਕੋਲੇ ਚਾਲਾਂ ਹੁੰਦੀਆਂ ਬੰਦੇ ਨੂੰ ਉਲਝਾਉਣਾ। ਜਿਹੜਾ ਉਲਝ ਗਿਆ ਉਹਦੇ ਤੇ ਇਹ ਪ੍ਰੈਸ਼ਰ ਪਾ ਲੈਂਦੇ ਨੇ, ਦਬਦਬਾ ਬਣਾ ਲੈਂਦੇ ਨੇ, ਉਹਨੂੰ ਗੁਲਾਮ ਕਰ ਲੈਂਦੇ ਨੇ। ਤੇ ਜਿਹੜਾ ਉਲਝਿਆ ਨਹੀਂ ਉਹ ਤੋਂ ਡਰ ਜਾਂਦੇ ਨੇ। ਇੰਨੀ ਗੱਲ ਹੀ ਆ, ਬਾਹਲੀ ਵੱਡੀ ਗੱਲ ਕੋਈ ਹੈ ਨਹੀਂ ਗੀ। ਤੇ ਜਿਹੜਾ ਕੱਲ ਲੋਕਾਂ ਨੂੰ ਉਲਝਾਉਂਦਾ ਸੀ, ਅੱਜ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਨਾ ਮੈਂ ਤਾਂ ਆਮ ਜਿਹਾ ਬੰਦਾ ਹੀ ਆ। ਇੱਥੇ ਹੁਣ ਗੱਲ ਕਹੀ ਆ ਆਮ ਜਿਹਾ ਬੰਦਾ। ਅੱਜ ਦੀ ਬਾਣੀ ਦੀ ਆਰੰਭਤਾ ਫਿਰ ਮੈਨੂੰ ਪਿੱਛੇ ਮੁੜ ਜਾਣਾ ਪੈਂਦਾ, ਕਿਉਂ? ਕਿਉਂਕਿ ਸਾਡੇ ਸਮਝ ਵਿੱਚ ਆ ਜੇ। ਤੇ ਆਰੰਭਤਾ ਵਿੱਚ ਗੁਰੂ ਸਾਹਿਬ ਨੇ ਸਾਨੂੰ ਕਿਹਾ, ਬੰਦਿਆ ਤੂੰ ਆਮ ਨਹੀਂ, ਤੂੰ ਖਾਸ ਆ। ਆਮ ਨਹੀਂ, ਤੂੰ ਖਾਸ ਹਾਂ। ਜੇ ਬਾਣੀ ਦਾ ਲੜ ਤੂੰ ਫੜਿਆ ਵਿਆਗਾ, ਜੇ ਬਾਣੀ ਦਾ ਲੜ ਤੇਰੇ ਕੋਲੇ ਹੈ ਹੀ ਨਹੀਂਗਾ, ਫਿਰ ਤੂੰ ਭਾਵੇਂ ਵੱਡੇ ਤੋਂ ਵੱਡਾ ਨਾ ਗਗਟੜ ਅਫਸਰ ਹੋਵੇਂ, ਪਰ ਫਿਰ ਵੀ ਤੂੰ ਆਮ ਹੀ ਰਹੇਗਾ। ਜਦੋਂ ਆਮ ਲੋਕਾਂ ਵਾਲੀ ਮੱਤ ਆ ਤਾਂ ਆਮ ਰਹੇਗਾ, ਗੁਰੂ ਵਾਲੀ ਮੱਤ ਆ ਗਈ ਤਾਂ ਤੂੰ ਖਾਸ ਬਣ ਜਾਏਗਾ। ਪਰ ਬੰਦਾ ਸਿੰਘ ਨੇ ਹੁਣ ਆਪਣੇ ਆਪ ਨੂੰ ਨਾ ਆਮ ਕਿਹਾ। ਜੇ ਬੰਦਾ ਸਿੰਘ ਬਹਾਦਰ ਆਪਣੇ ਆਪ ਨੂੰ ਖਾਸ ਕਹਿ ਦਿੰਦਾ, ਫਿਰ ਖਾਸ ਨਹੀਂ ਸੀ ਬਣਨਾ, ਪਰ ਇਹਨੇ ਆਮ ਕਿਹਾ ਤੇ ਖਾਸ ਬਣ ਗਿਆ। ਤੇ ਦਸ਼ਮੇਸ਼ ਪਿਤਾ ਨੇ ਨਾਲ ਦੀ ਨਾਲ ਜਵਾਬ ਕੀ ਦਿੱਤਾ, ਜੇ ਬੰਦਾ ਤਾਂ ਬੰਦਿਆਂ ਵਾਲੇ ਕੰਮ ਕਰ। ਸਾਨੂੰ ਵੀ ਇਹੀ ਗੱਲ ਕਹਿੰਦੇ ਨਾ ਗੁਰੂ ਸਾਹਿਬ, ਜੇ ਬੰਦੇ ਹੋ ਤਾਂ ਬੰਦਿਆਂ ਵਾਲੇ ਕੰਮ ਕਰੋ ਭਾਈ। ਹੁਣ ਕੁਦਰਤੀ ਗੱਲ ਆ, ਹਾਂ ਅਸੀਂ ਸਾਰੇ ਬੰਦੇ ਤੇ ਕੰਮ ਅਸੀਂ ਸਾਰੇ ਪਸ਼ੂਆਂ ਵਾਲੇ ਕੰਮ ਕਰਦੇ ਆ। ਵਾਹਿਗੁਰੂ ਭਲਾ ਕਰੇ ਬਿਰਲਿਆਂ ਨੂੰ ਛੱਡ ਕੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਹਾਂ ਅਸੀਂ ਬੰਦੇ ਆ ਨਾ ਤੇ ਕੰਮ ਅਸੀਂ ਪਸ਼ੂਆਂ ਵਾਲੇ ਕਰਦੇ ਆ। ਚਲੋ ਇੱਕ ਇੱਥੇ ਸਵਾਲ ਬਣ ਜੂ ਵੀ ਅਸੀਂ ਪਸ਼ੂਆਂ ਵਾਲੇ ਕੰਮ ਕਿਵੇਂ ਕਰਦੇ ਆ? ਪਸ਼ੂਆਂ ਵਿੱਚ ਰਿਸ਼ਤੇਦਾਰੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹ ਤਾਂ ਅਸੀਂ ਕਹਿ ਦਿੰਦੇ ਆ ਨਾਨੀ ਆ, ਮਾਂ ਗੀ ਆ, ਦਾਦੀ ਆ, ਪੜਨਾਨੀ ਆ, ਫਲਾਨੀ ਆ, ਉਹ ਤਾਂ ਅਸੀਂ ਕਹਿੰਦੇ ਆ ਨਾ। ਉਹਨਾਂ ਵਿੱਚ ਰਿਸ਼ਤੇਦਾਰੀ ਕੋਈ ਨਹੀਂ ਹੈ। ਵਾਹਿਗੁਰੂ ਭਲਾ ਕਰੇ, ਬੜਾ ਗਹਿਰਾ ਮਸਲਾ ਗਾ ਇਹ। ਤੇ ਅੱਜ ਬੰਦਿਆਂ 'ਚ ਕਿਹੜਾ ਰਿਸ਼ਤੇਦਾਰੀਆਂ ਰਹਿ ਗਈਆਂ? ਬੰਦਾ ਭੈਣ ਦਾ ਕਤਲ ਵੀ ਕਰ ਦਿੰਦਾ, ਭੈਣ ਭਰਾ ਦਾ ਕਤਲ ਵੀ ਕਰ ਦਿੰਦੀ ਆ। ਮਾਂ ਪਿਓ ਬੱਚਿਆਂ ਦੇ ਬੈਰੀ, ਬੱਚੇ ਮਾਂ ਪਿਓ ਦੇ ਬੈਰੀ, ਦੋਸਤ ਮਿੱਤਰ ਵੈਰੀ ਆਪਸ ਵਿੱਚ, ਰਿਸ਼ਤੇਦਾਰੀਆਂ ਦੇ ਵਿੱਚ ਅੱਜ ਕਿੰਨੀ ਫੁੱਟ ਪੈ ਗਈ। ਬੰਦਿਆਂ ਵਾਲਾ ਕੰਮ ਤਾਂ ਸਾਡੇ ਕੋਲੇ ਕੋਈ ਵੀ ਨਹੀਂ, ਰਿਸ਼ਤੇਦਾਰੀਆਂ ਤਾਂ ਟੁੱਟ ਗਈਆਂ ਸਾਰੀਆਂ।
नाते तो सारे टुट गए ना, नाते किन्ने प्यारे सीगे पर सारे टुट गए। ये टुटण दी वजह असीं पशु हां तां टुट गए। पशुआं विच भी रिश्तेदारी नां दी कोई चीज़ नहीं हुंदी। वाहिगुरू भला करे। करतूत पशु की मानस जात। गुरु साहब कहंदे फिर बंदियां वाले कम कर। की कम करां? फिर उस तो बाद धन गुरु गोबिंद सिंह सच्चे पातशाह दी बख्शिश हुंदी आ। बंदा सिंह बहादुर ने अपणियां सारियां ताकतां छड्ड के, दिमाग नूं खाली करके, ਐਨ बिल्कुल ना धो के, दिमाग नूं बिल्कुल खाली करके पहली मिलनी ते धन गुरु गोबिंद सिंह महाराज दे सच्चे पातशाह दे चरनां च रखता। ये दिमाग नूं तूं अपने पदार्थ नाल भर दे। जिहो जी वस्तु ये दिमाग विच पावेंगा मैं वरतूंगा। ये भांडा भर दे अपने वालों, जिहड़ी मर्जी ताकत नाल भर दे। पर चेता रखियो, जिन्हां ने अपना दिमाग रूपी भांडा मांज के गुरु चरनां च रखता ना, ते गुरु साहब ने ज्ञान दे नाल वो दिमाग भरता। किन्ने ज्ञान दे नाल भरिया वो बंदा सिंह बहादुर दा तुहानूं इतिहास सारिआं नूं आउंदा, जाणदे हो तुसीं। वो दसदे ने भी बंदा सिंह बहादुर दा दिमाग बहुत ज़्यादा चंगा सी, वधिया दिमाग सी। जे वधिया दिमाग सी तां वाहिगुरू भला करे। एक लास्ट ते आपां गल कह दईए, ਜਿਹੜੀਆਂ ਜ਼ਮੀਨਾਂ ਦੇ ਅੱਜ ਮਾਲਕਾਂ, ਇਹ इतिहास पढ़ के वेखियो, बंदा सिंह बहादुर ने कब्जा करवाया। आ दिल्ली मोर्चा जित्तिया ना, चलो चाहे किसी वजह करके जित्तिया गया, किसी वजह करके, साडा उहदे नाल कोई मतलब नहीं, पर शेरा वज गया भी फलाने बंदे सी मूहरे। शेरा चलो आपां एक बंदे दा किसी दा नां नहीं, ना एक पार्टी दा, ना एक जथेबंदी दा, शेरा वज गया, किसी दे अगे वज गया। पर इवें जिवें जे बंदा सिंह बहादुर कल्ला नदेड़ तो तुरियागा तां उत्थे बंदा सिंह बहादुर दे मत्थे ते शेरा वज्जियागा भी जमीनां दे मालक उहने सानू बनायागा। पर माफ करना, एक दुख भी आउंदा, जिहड़ा कामरेडी लाना ना, ये बंदा सिंह बहादुर दे उस इतिहास नूं मंनदा नहीं। एक पिछे जी ना सोशल मीडिया ते बुढ़ी सी औरत, रब नूं पता कौन सी कौन ना, किसी जथेबंदी नाल, किसी ट्रस्ट नाल उहदा तालमेल है जां नहीं है। हुण भैणो ते भरावो, तुसीं सौखी जी गल समझदे हो, बंदा सिंह बहादुर ने जमीनां ते कब्जा करवाया, सब नूं पता, न्याणे नूं भी, सियाणे नूं भी, भैण नूं भी, वीर नूं भी। पर वो कहंदी अंग्रेजां ने कब्जा करवाया साडा, अंग्रेजां ने। माफ करना, वो इदां दा ऊट पटांग मारी जांदी आ। तो सोच के देखो, चलो ऊट पटांग ही कहांगे ना, माफ करना। फिर बंदा सिंह बहादुर ते ऐसी गुरु साहब की कृपा हुई, धन गुरु गोबिंद सिंह महाराज ने सब तो पहला बंदा सिंह बहादुर ते क्लास लाई। पंज प्यारे भी क्लास लाउंदे ना पहला, फिर अमृत दी दात दिंदे ने, फिर खंडे की पहुल दिंदे ने। फिर गुरु गोबिंद सिंह ने अपने हत्थीं खंडे की पहुल तैयार कीती। फिर धन गुरु गोबिंद सिंह महाराज ने बंदा सिंह दा नाम, वाहिगुरू माधो दास दा नाम बंदा ही रखता, ते पिछे अमृत छका के सिंह लाता। ते बहादुर दा तुखालस अपने वल्लों गुरु साहब ने 5 तीर दे के बख्शिया सी। 5 तीर दे के, तू बहुत बड़ा बहादुर आ, ते तेरे ते मैनू आस हा। आस बहादुर शाह ते भी रखी सी। एक बहादुर शाह गा, एक बंदा सिंह बहादुर आ। देखो दोने नाम मिलते हैं ना, पर बहादुर शाह ते आस नहीं सी रखी गुरु साहब ने। उदां गल कही सी भी तू आ काम करना, उन्हें कीता नहीं। पर एक गुरु साहब ने अपने हत्थीं तैयार कीता, जेड़े वीर नूं तैयार कीता, ओ ते गुरु साहब ने आस रखी सी, तेरे ते मैनू भरोसा, जा पंजाब दी धरती वल, इत्थे बैठा ना रह, डेरियां विच वड़ के ना, जणी के घोरनियां च वड़ के, खुड्डां च वड़ के, प्रापतियां नहीं हुंदियां, प्रापतियां खुड्डां चों बाहर निकल के हुंदियां। पुੱਤ इत्थे ना बैठ, तेरे इत्थे बैठण दी थां नहीं, ते तू पंजाब दी धरती वल जा। ते उत्थे आ कुछ होयागा, ज्यों-ज्यों गुरु साहब ने पिछे तो आनंदपुर साहब दा सारा, चमकौर दा साका, फतेहगढ़ साहब दा साका, मुक्तसर साहब दा साका, जिन्ना सारा सुनाया ना, ते बंदा सिंह बहादुर दा लूं कंडा खड़ा हो गया। ते हुण इजाजत मंगदा गुरु साहब तो, छेती करो, थापी दिओ, थापी दिओ, थापड़ा दिओ, ते पातशाह तुहाडे इन्हां कारजां नूं मैं नेपरे जरूर चाड़ांगा। भावें मैं किसी भी दुख दे विच, संघर्ष दे विच आ जावां, पर मैं तुहाडे बचनां नूं कदे पूरा करन तो बिना इस धरती तो शरीर अपना नहीं छड्डांगा। जे गुरु साहब नाल बचन कीते ने, गुरु साहब ने बंदा सिंह बहादुर दा रुतबा तो खालस दिता, तां बंदा सिंह बहादुर ने वो कारज भी भाई कीते ने। इत्थे अज समाप्ति आ, भुल्लां दी खिमा। गुरु गोबिंद सिंह महाराज जी अगे
ਹੋਰ ਕਿਹੜੇ ਕਿਹੜੇ ਕਾਰਜ ਕਰਦੇ ਨੇ ਇਸ ਅਸਥਾਨ ਤੇ। ਕਾਫੀ ਗੁਰਦੁਆਰਾ ਸਾਹਿਬ ਨੇ, ਕਿਵੇਂ ਕਿਵੇਂ ਪਾਤਸ਼ਾਹ ਦੇ ਨਾਲ ਉਹਨਾਂ ਗੁਰਦੁਆਰਿਆਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਗੁਰੂ ਬਖਸ਼ਿਸ਼ ਕਰੇ ਆਉਣ ਵਾਲਾ ਸਮਾਂ ਦੱਸੇਗਾ। ਭੁੱਲਾਂ ਦੀ ਖਿਮਾ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।